ਮੈਨੂੰ ਸਾਰਾ ਕੁਝ ਜਿੰਨੇ ਬੰਦੇ ਸੀ ਸਾਰਿਆਂ ਨੂੰ ਟੌਰਚਰ ਹੁੰਦੇ ਦੇਖਣਾ ਪੈਂਦਾ ਸੀ। ਅੱਛਾ, ਆਪ ਟੌਰਚਰ ਹੋਣ ਨਾਲੋਂ ਟੌਰਚਰ ਹੁੰਦਾ ਦੇਖਣਾ ਔਖਾ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ, ਕੋਈ ਨਾ ਕੋਈ ਮੁੱਦਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਉਣਾ ਵਾ। ਭਾਵੇਂ ਕਈ ਸੱਜਣ ਇਹ ਗੱਲ ਬਾਰ-ਬਾਰ ਕਹਿ ਦਿੰਦੇ ਨੇ ਵੀ ਮੁੱਦਿਆਂ ਤੇ ਮੁੱਦੇ। ਦੋਸਤੋ, ਮੈਂ ਅਕਸਰ ਤੁਹਾਡੇ ਨਾਲ ਬੜੀ ਵਾਰੀ ਗੱਲ ਕੀਤੀ ਹੈ ਵੀ ਮੁੱਦਿਆਂ ਤੋਂ ਬਿਨਾਂ ਗੱਲ ਹੁੰਦੀ ਕੀ ਹੈ। ਗੱਲ ਦਾ ਕੋਈ ਮੁੱਦਾ ਹੋਵੇ, ਮੁੱਦੇ ਤੇ ਆਧਾਰਿਤ ਹੋਵੇ ਤੇ ਉਸ ਇੰਟਰਵਿਊ ਦਾ ਕੋਈ ਨਿਚੋੜ ਨਿਕਲਦਾ ਹੋਵੇ ਤੇ ਉਹ ਇੰਟਰਵਿਊ ਨਹੀਂ ਅਸਲ ਦੇ ਅੰਦਰ ਦਸਤਾਵੇਜ਼ ਬਣ ਜਾਂਦੀ ਹੈ। ਤੇ ਮੈਂ ਤੁਹਾਡਾ ਆਪਣਾ ਸੇਵਕ ਹਰਪ੍ਰੀਤ ਸਿੰਘ ਮਖੂ ਇੱਕ ਭਾਲ ਦੇ ਵਿੱਚ ਹੁੰਦਾ ਵਾਂ। ਸਾਨੂੰ ਇੱਕ ਦਿਨ ਦੇ ਵਿੱਚ ਹਜ਼ਾਰਾਂ ਕਾਲਸ ਆਉਂਦੀਆਂ ਨੇ, ਪਰ ਉਹਦੇ ਵਿੱਚੋਂ ਮੈਨੂੰ ਚੋਣ ਕਰਨੀ ਹੁੰਦੀ ਹੈ ਵੀ ਜਿਹੜੀ ਸ਼ਖਸੀਅਤ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਵਾਂ, ਕਿ ਸੱਚਮੁੱਚ ਉਹ ਸੰਘਰਸ਼ ਦਾ ਹਿੱਸਾ ਰਹੀ ਹੈ, ਕਿ ਸੱਚਮੁੱਚ ਉਹਨਾਂ ਨੇ ਆਪਣੀ ਕਲਮ ਦੇ ਨਾਲ ਲੰਬਾ ਸਮਾਂ ਸੇਵਾ ਕੀਤੀ ਹੈ, ਜਾਂ ਸੱਚਮੁੱਚ ਉਹਨਾਂ ਦੇ ਉੱਪਰ ਟੌਰਚਰ ਹੋਇਆ ਹੈ। ਕਿਉਂਕਿ ਮੈਂ ਇਹ ਗੱਲ ਤਾਂ ਅੱਜ ਆਖਣ ਲੱਗਾ ਵਾਂ, ਜਿਹੜੀ ਸ਼ਖਸੀਅਤ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਹੈ, ਨਾਮਕ ਹੈ ਸਰਦਾਰ ਦਲਜੀਤ ਸਿੰਘ ਦੁੱਲੇਵਾਲਾ। ਜੇ ਪੁਲਿਸ ਦੀ ਨਜ਼ਰ ਦੇ ਵਿੱਚ ਵੇਖੀਏ ਤੇ ਇਹਨਾਂ ਨੂੰ ਦਲਜੀਤ ਸਿੰਘ ਖਾਲਸਾ ਦੇ ਨਾਮ ਨਾਲ ਅਕਸਰ ਰਿਕਾਰਡ ਦੇ ਵਿੱਚ ਵੇਖਿਆ ਜਾਂਦਾ ਹੈ। ਕਿੰਨਾ ਕੁ ਤਸ਼ੱਦਦ ਹੋਇਆ ਉਹ ਇਹ ਆਪਣੀ ਜ਼ਬਾਨੀ ਦੱਸਣਗੇ, ਪਰ ਮੈਂ ਥੋੜ੍ਹਾ ਜਿਹਾ ਦੱਸ ਦਿਆਂ। ਜੀਭ ਦੇ ਉੱਪਰ ਕਰੰਟ, ਸਾਡੇ ਗੁਪਤ ਅੰਗਾਂ ਦੇ ਉੱਪਰ ਕਰੰਟ, ਸਾਡੇ ਕੰਨਾਂ ਦੇ ਉੱਪਰ ਕਰੰਟ, ਕਿਸ ਕਿਸਮ ਦੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ ਸੀ, ਇਹ ਸਾਰਾ ਜ਼ਿਕਰ ਉਹ ਸਾਡੇ ਨਾਲ ਕਰਨਗੇ। ਕਿਵੇਂ ਉਹ ਸੰਘਰਸ਼ ਦਾ ਹਿੱਸਾ ਬਣੇ, ਉਸ ਸੰਘਰਸ਼ ਦੀ ਕੀ ਸਾਨੂੰ ਪ੍ਰਾਪਤੀ ਹੋਈ, ਇਹ ਪੂਰੀਆਂ ਜਾਣਕਾਰੀਆਂ ਦੇਣ ਦੇ ਲਈ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਦਲਜੀਤ ਸਿੰਘ ਦੁੱਲੇਵਾਲਾ। ਉੱਗੇ ਉਸ ਸਮੇਂ ਦੇ ਆਪਣੇ ਜ਼ਮਾਨੇ ਦੇ ਖਾੜਕੂ। ਅੱਜ ਭਾਵੇਂ ਸਰੀਰ ਦਵਾਈਆਂ 'ਤੇ ਚੱਲਦਾ ਪਿਆ, ਅੱਜ ਪਟਿਆਲਾ ਮੈਡੀਸਨ ਲੈਣ ਦੇ ਲਈ ਆਏ ਸਨ ਤੇ ਸਾਡੇ ਨਿਯੋਤੇ ਨੂੰ ਪ੍ਰਵਾਨ ਕਰਦੇ ਹੋਏ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ। ਆਓ ਇਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਲੈਂਦੇ ਹਾਂ, ਪਰ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਇੱਕ ਸ਼ਬਦ ਵਰਤਿਆ ਤਸ਼ੱਦਦ ਦਾ, ਕਿ ਉਸ ਸਮੇਂ ਦਾ ਤਸ਼ੱਦਦ, ਪਰ ਮੈਂ ਚਾਹਾਂਗਾ ਕਿ ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਲੈ ਲਵਾਂ ਕਿ ਤੁਸੀਂ ਜਿਸ ਸੰਘਰਸ਼ ਦੇ ਵਿੱਚੋਂ ਤੁਸੀਂ ਲੰਬਾ ਸਮਾਂ ਗੁਜ਼ਰੇ ਹੋ, ਉਸ ਸੰਘਰਸ਼ ਦਾ ਹਿੱਸਾ ਤੁਸੀਂ ਕਿਵੇਂ ਬਣੇ ਤੇ ਕਦੋਂ ਬਣੇ? ਅਸਲ 'ਚ ਮੈਂ 10ਵੀਂ 'ਚ ਇਹ ਚੇਟਕ ਮੈਨੂੰ ਲੱਗ ਗਈ ਸੀ। 84 'ਚ ਮੈਂ 10ਵੀਂ ਦਾ ਐਗਜ਼ਾਮ ਪਾਸ ਕੀਤਾ। ਉਸ ਤੋਂ ਬਾਅਦ ਸਾਡੇ ਰਾਮਪੁਰਾ ਫੂਲ TPD ਕਾਲਜ ਐਡਮਿਸ਼ਨ ਲਈ, ਜਿਹੜਾ ਅੱਜ ਯੂਨੀਵਰਸਿਟੀ ਦਾ ਨੇਬਰਹੁੱਡ ਕੈਂਪਸ ਬਣ ਚੁੱਕਿਆ, ਪੰਜਾਬੀ ਯੂਨੀਵਰਸਿਟੀ ਦਾ। ਉੱਥੇ ਐਡਮਿਸ਼ਨ ਲੈਣ ਤੋਂ ਬਾਅਦ ਮੈਂ ਇਸ ਗੱਲ ਦੀ ਤਲਾਸ਼ 'ਚ ਸੀ ਵੀ ਮੈਨੂੰ ਕੋਈ ਬੰਦਾ ਮੂਹਰੇ ਮਿਲੇ ਤੇ ਮੈਂ ਵੀ ਕੌਮ ਵਾਸਤੇ ਕੁਛ ਕਰ ਸਕਾਂ। ਮੈਨੂੰ ਮਿਲੇ ਪਹਿਲਾਂ ਬੰਦੇ, ਉਹਨਾਂ ਨੇ ਆਪਦਾ ਜਿਹੜਾ ਕੰਮ ਉਹ ਪੈਸੇ ਕਮਾਉਣ ਦਾ ਕਰ ਲਿਆ ਤੇ ਮੈਂ ਉੱਥੋਂ ਪਾਸਾ ਵੱਟ ਲਿਆ ਜੀ। ਉਸ ਤੋਂ ਬਾਅਦ ਕਾਲਜ 'ਚ ਧਰਮ ਸਿੰਘ ਢਿਲਮਾ ਆਏ, ਉਹ ਨਾ ਮੈਂ ਮਿਲਿਆ। ਉਹ ਬੰਦਿਆਂ ਦੀ ਤਲਾਸ਼ 'ਚ ਸੀ ਤੇ ਮੈਂ ਉਹਨਾਂ ਦੀ ਤਲਾਸ਼ 'ਚ ਸੀ। ਉਹਨਾਂ ਨੇ ਮੇਰਾ ਪਿੰਡ ਸੜਕ ਤੋਂ ਪਿੱਛੇ ਹਟਮਾ ਕਰਕੇ ਪਿੰਡ ਦੇਖਿਆ ਕਿ ਸਾਰਾ ਕੁਛ। ਮੈਨੂੰ ਉਹਨਾਂ ਨੇ ਕਿਹਾ ਵੀ ਤੈਨੂੰ ਹਜੇ ਸ਼ੁਰੂਆਤ 'ਚ ਪਨਾਹਗਾਹ ਦੇ ਤੌਰ 'ਤੇ ਹੀ ਵਰਤਾਂਗੇ, ਤੁਹਾਡਾ ਪਿੰਡ ਬੜਾ ਠੀਕ ਹੈ, ਸਾਰੇ ਪਾਸੋਂ ਪਤਾ ਲੱਗਦਾ ਵੀ ਕੋਈ ਗੱਡੀ ਆਉਂਦੀ ਜਾਂ ਕੁਛ ਆਉਂਦਾ, ਲਾਈਟਾਂ ਦਾ ਪਤਾ ਲੱਗਦਾ, ਇਸ ਕਰਕੇ ਪਨਾਹਗਾਹ ਦੇ ਤੌਰ 'ਤੇ ਵੇਖਾਂਗੇ, ਵਰਤਾਂਗੇ। ਔਰ ਇਹ ਵੀ ਹੋਇਆ ਕਿ ਮੈਂ ਮਹਿਸੂਸ ਕਰਦਾ ਵੀ ਮਾਲਵੇ ਦੀ ਸਭ ਤੋਂ ਵੱਡੀ ਠਹਿਰ ਪਿੰਡ ਦੁੱਲੇਵਾਲਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਹੀ ਹੋਵੇਗੀ, ਕਿਉਂਕਿ ਸਾਰੇ ਹਰ ਤਰ੍ਹਾਂ ਦੀ ਸਪਲਾਈ ਇੱਥੋਂ ਜਾਂਦੀ ਸੀ। ਅੱਛਾ ਜੀ। ਉਸ ਸਮੇਂ ਜਿੰਨਾ ਵੀ ਬਾਹਰੋਂ ਕੋਈ ਅਸਲਾ, ਬਰੂਦ, ਹੋਰ ਵੀ ਜੋ ਉਹ ਸਭ ਕੁਛ ਮੇਰੇ ਘਰ ਦੇ ਵਿੱਚੋਂ ਹੋ ਕੇ ਨਿਕਲਿਆ। ਕਰੋੜਾਂ ਰੁਪਈਆ ਜਿਹੜਾ ਮੇਰੇ ਘਰ 'ਚੋਂ ਤੂੜੀ ਵਾਲੇ ਕੋਠੇ 'ਚੋਂ ਦੀ ਹੋ ਕੇ ਨਿਕਲਿਆ। ਉਸ ਦੇ ਨਾਲ ਮੈਂ ਜਿਵੇਂ ਟਾਈਮ ਬੀਤਦਾ ਗਿਆ, ਉਵੇਂ ਮੈਂ ਹੋਰ ਸੰਘਰਸ਼ ਦੇ ਨਾਲ ਚਪਕਦਾ ਗਿਆ ਤੇ ਉਹਨਾਂ ਦੇ ਕਹਿਣ ਅਨੁਸਾਰ ਕੰਮ ਕਰਦਾ ਰਿਹਾ। ਪਰ ਇੱਕ ਮਨ 'ਤੇ ਸਵਾਲ ਆ ਗਿਆ ਕਿ ਕਿਹੜੀ ਜਥੇਬੰਦੀ ਨਾਲ ਜੁੜੇ ਸੀ? ਕਿਉਂਕਿ ਜੇ ਖਾੜਕੂ ਧਿਰਾਂ ਦੀ ਗੱਲ ਕਰੀਏ ਤੇ ਇਹਨਾਂ ਵਿੱਚ ਵੀ ਅਨੇਕਾਂ ਜਥੇਬੰਦੀਆਂ ਸਨ, ਅਨੇਕਾਂ ਫੋਰਸ ਸੀ। ਬਿਲਕੁਲ ਜੀ, ਬਹੁਤ ਜ਼ਿਆਦਾ ਫੋਰਸਾਂ ਹੋਣ ਕਾਰਨ ਹੀ ਵੱਡਾ ਨੁਕਸਾਨ ਹੋਇਆ। ਆਪਸ ਵਿੱਚ ਤਾਲਮੇਲ ਦੀ ਬਹੁਤ ਘਾਟ ਸੀ। ਜਿਹੜੀ ਜਥੇਬੰਦੀ ਨਾਲ ਮੈਂ ਰਲਿਆ ਉਹ ਸੀ ਖਾਲਸਾ ਕਮਾਂਡੋ ਫੋਰਸ ਪੰਜਵਾੜਾ। ਧਰਮ ਸਿੰਘ ਢਿਲਮਾ
ਉਸ ਦੇ ਮੈਂਬਰ ਸਨ। ਉਹਨਾਂ ਨਾਲ ਉਦੋਂ ਬਾਅਦ ਫਿਰ 5 ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਸਾਰੇ ਹੀ ਸਿੰਘ ਮੇਰੇ ਕੋਲੇ ਆਉਂਦੇ ਜਾਂਦੇ ਰਹੇ। ਮੈਨੂੰ ਮੇਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ। ਬਹੁਤ ਲੋਕਾਂ ਨੇ ਸਿੰਘਾਂ ਨੂੰ ਸਾਂਭਿਆ, ਜਿਨ੍ਹਾਂ ਦਾ ਆਸਾਨ ਮੈਂ ਅੱਜ ਵੀ ਮੰਨਦਾ ਜੀ। ਉਹ ਇਸ ਕਰਕੇ ਮੰਨਦਾ ਕਿ ਮੇਰੇ ਕਹਿਣ ਤੇ ਉਹਨਾਂ ਨੇ ਆਪਣਾ ਬਾਲ ਬੱਚਾ, ਘਰ-ਬਾਰ ਸਾਰਾ ਦਾਅ ਤੇ ਲਾ ਕੇ ਬਾਗੀ ਸਿੰਘਾਂ ਨੂੰ, ਜਿਨ੍ਹਾਂ ਨੂੰ ਇਹ ਬਾਗੀ ਕਹਿੰਦੇ ਆ, ਉਹਨਾਂ ਨੂੰ ਸੰਭਾਲਿਆ, ਉਹਨਾਂ ਨੂੰ ਪਨਾਹ ਦਿੱਤੀ, ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਕੀਤੀ। ਇੱਕ ਹੋਰ ਜਾਣਕਾਰੀ ਦਿਓ, ਜਿਵੇਂ ਹੁਣ ਤੁਹਾਡੇ ਤੇ ਤਸ਼ੱਦਦ ਹੋਇਆ, ਜਵਾਨੀ ਵੇਲੇ ਤੁਹਾਨੂੰ ਪਤਾ ਇੰਨਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਤੁਸੀਂ ਹੁਣ 45 ਤੋਂ ਅੱਗੇ ਆਉਂਦੇ ਗਏ, 51 ਸਾਲਾਂ ਦੀ ਹੁਣ ਤੁਹਾਡੀ ਉਮਰ ਹੈ, ਤੁਸੀਂ ਜਿਵੇਂ ਜਿਵੇਂ ਅੱਗੇ ਚਲੇ ਗਏ, ਹੁਣ ਸਰੀਰ ਦਵਾਈਆਂ ਤੇ ਚੱਲਦਾ ਪਿਆ, ਤੁਸੀਂ ਅਰਦਾਸ ਦੇ ਵਿੱਚ ਖਲੋ ਨਹੀਂ ਸਕਦੇ, ਤੁਸੀਂ ਆਪਣੇ ਘਰ ਦਾ ਕੰਮ ਕਾਰ ਨਹੀਂ ਕਰ ਸਕਦੇ, ਤੁਸੀਂ ਖੇਤੀਬਾੜੀ ਨਹੀਂ ਕਰ ਸਕਦੇ, ਵੀ ਇੰਨਾ ਕੁਝ ਹੋਇਆ। ਪਰ ਮੇਰੇ ਮਨ ਦੇ ਵਿੱਚ ਇੱਕ ਖਿਆਲ ਆ ਰਿਹਾ ਸੀ ਕਿ ਇਹ ਜਿਹੜਾ ਤਸ਼ੱਦਦ ਹੋਇਆ, ਇਹਦਾ ਮੁੱਖ ਕਾਰਨ ਕੀ ਮੰਨਿਆ ਗਿਆ? ਹਾਂ, ਮੁੱਖ ਕਾਰਨ ਤਾਂ ਇਹੀ ਹੈ ਵੀ ਖਾੜਕੂਆਂ ਨਾਲ ਸੰਬੰਧ ਜੀ। ਅੱਛਾ। ਪਹਿਲਾਂ 87 ਚ ਮੈਨੂੰ ਟੌਰਚਰ ਕੀਤਾ ਗਿਆ। ਪਹਿਲੀ ਜਿਹੜੀ ਐਕਸਰਸਾਈਜ਼ ਉਹ ਕਰਦੇ ਆ, ਘੋਟਾ ਲਾਉਂਦੇ ਆ ਇੱਥੋਂ। ਅੱਛਾ ਜੀ। ਇੱਥੋਂ ਤੱਕ ਅਲਫ ਨੰਗਾ ਕਰਕੇ। ਅਲਫ ਨੰਗਾ ਕਰਕੇ? ਅਲਫ ਨੰਗਾ ਕਰਕੇ ਇੱਥੋਂ ਤੱਕ ਘੋਟਾ ਲਾਉਂਦੇ ਆ। 2 ਜਾਣੇ ਸਾਈਡ ਤੋਂ ਐ ਘੁਮਾਉਂਦੇ ਵੀ ਆ ਤੇ ਦਬਾ ਵੀ ਦਿੰਦੇ ਆ। 2-2 ਜਾਣੇ ਉੱਤੇ ਵੀ ਚੜ ਜਾਂਦੇ ਆ। ਤੇ ਉਹਦਾ ਨੁਕਸਾਨ ਕੀ ਹੁੰਦਾ ਲੱਤਾਂ ਨੂੰ? ਉਹਦਾ ਨੁਕਸਾਨ ਇਹ ਹੋਇਆ ਜੀ ਮੈਨੂੰ, ਵੀ ਮੇਰੇ ਜਿਹੜੇ ਆ ਹੱਡਾਂ ਨੂੰ ਸਾਰਾ ਮਸਲ ਟੁੱਟੇ ਵੇ, ਇਹ ਬਿਲਕੁਲ ਟੁੱਟ ਚੁੱਕੇ। ਇਹਦਾ ਕੋਈ ਇਲਾਜ ਨਹੀਂ ਕਿਤੇ, ਕਿਸੇ ਡਾਕਟਰ ਨੇ, ਮੈਂ PGI ਤੱਕ ਵੀ ਜਾਇਆ, ਕੋਈ ਇਲਾਜ ਨਹੀਂ ਇਹਦਾ। ਮੈਂ ਇਦੋਂ 1 ਸਾਲ ਪਹਿਲਾਂ ਮੈਨੂੰ ਫੜ ਕੇ ਠਾਉਣਾ ਪੈਂਦਾ ਸੀ ਤੇ ਫੜ ਕੇ ਹੀ ਬਾਉਣਾ ਪੈਂਦਾ ਸੀ। ਹੁਣ ਮੈਨੂੰ ਡਾਕਟਰ ਸਾਹਿਬ ਮਿਲੇ ਆ ਜਿਨ੍ਹਾਂ ਨੇ ਮੈਨੂੰ ਥੋੜਾ ਤੁਰਦਾ ਕੀਤਾ ਹੈ। ਨਹੀਂ, ਪਰ ਜਿਵੇਂ ਤੁਸੀਂ ਦੱਸਿਆ ਵੀ ਉਸ ਸਮੇਂ ਜਿਹੜਾ ਤਸ਼ੱਦਦ ਹੁੰਦਾ ਸੀ ਵੀ ਉਹ ਘੋਟਣਾ ਫੇਰਿਆ ਜਾਂਦਾ ਹੁੰਦਾ ਸੀ। ਪਹਿਲੀ ਐਕਸਰਸਾਈਜ਼ ਘੋਟਣਾ ਫੇਰਨਾ, ਦੂਜੀ ਐਕਸਰਸਾਈਜ਼ ਇੱਥੇ 180 ਤੇ ਲੱਤਾਂ ਕਰਕੇ, ਹਾਂ, ਬੂਟਾਂ ਦੀਆਂ ਅੱਡੀਆਂ ਨਾਲ, ਹਾਂ, ਇੱਥੋਂ ਤੱਕ ਸੰਨਾਂ ਤੱਕ, ਗੋਡਿਆਂ ਤੋਂ ਲੈ ਕੇ ਸੰਨਾਂ ਤੱਕ ਕਟਾਈ ਕਰਨੀ। ਪੂਰੀਆਂ ਨਾੜਾਂ ਕੱਸੀਆਂ ਹੁੰਦੀਆਂ ਸੀ ਟਾਈਟ। ਅੱਛਾ ਜੀ। 87 ਚ ਇਹ ਹੋਇਆ ਵੀ ਇਹ ਕਟਾਈ ਕੀਤੀ। ਫਿਰ ਮੈਂ 90 ਚ ਫੜਿਆ ਉਦੋਂ ਗਿਆ। ਤੁਹਾਡੀ ਉਮਰ ਕਿੰਨੀ ਸੀ? 87 ਚ ਉਮਰ ਮੇਰੀ ਸਮਝ ਲਓ ਵੀ 29/9/68 ਦਾ ਮੇਰਾ ਜਨਮ ਹੈ ਜੀ। ਸਿੰਗਾਪੁਰ ਦਾ ਜਨਮ ਹੈ ਮੇਰਾ ਜੀ। ਤੇ 19 ਸਾਲ, 19 ਸਾਲਾਂ ਦੀ ਉਮਰ ਦੇ ਵਿੱਚ ਏਡਾ ਵੱਡਾ ਟੌਰਚਰ ਹੋਇਆ। 19 ਸਾਲ ਦੀ ਉਮਰ ਚ ਏਡਾ ਵੱਡਾ। ਤੇ ਜਿਹੜਾ ਕਿਹਾ ਜਾਂਦਾ ਹੁੰਦਾ ਸੀ ਵੀ ਪੱਟ ਚੀਰ ਕੇ ਲੂਣ ਪਾਉਂਦੇ ਨੇ, ਇਹ ਸੱਚਮੁੱਚ ਹੁੰਦਾ ਸੀ ਕਿ ਇੱਕ ਗੱਲ ਹੀ ਉੱਡੀ ਸੀ? ਨਹੀਂ, ਉਹ ਪੱਟ ਚੀਰਦੇ ਨਹੀਂ ਸੀ ਜੀ। ਮੇਰੇ ਨਾਲ ਇੱਕ ਦਿਨ ਘਟਨਾ ਘਟੀ ਵੀ ਜਦੋਂ ਘੋਟਾ ਲਾਉਂਦੇ ਇੱਥੇ ਕੱਪੜਾ ਰੱਖਦੇ ਆ ਪੱਟਾਂ ਤੇ। ਹਾਂ। ਇੱਕ ਦਿਨ ਬਿਨਾਂ ਕੱਪੜੇ ਤੋਂ ਮੇਰੇ ਘੋਟਾ ਲਾਤਾ। ਹਜੇ ਵੀ ਮੇਰੇ ਥੋੜੀ ਜਿਹੀ ਖਾਲੀ ਹੈ ਪੱਟਾਂ 'ਚ। ਉਹ ਐ ਖਾਲੀ ਬਣ ਗਈ ਤੇ ਧੂੰਆਂ ਨਿਕਲਣ ਲੱਗ ਗਿਆ। ਮਾਸ ਸਾਰਾ ਕਾਲਾ ਹੋ ਗਿਆ, ਬਿਲਕੁਲ ਹੱਡ ਤੱਕ ਖਾਲੀ ਹੋ ਗਿਆ। ਉਹ SHO ਨੇ ਕਿਹਾ ਉਹਨਾਂ ਨੂੰ, SHO ਕਿਤੇ ਪਾਸੇ ਹੋ ਗਿਆ ਸੀ, ਉਹ ਕਹਿੰਦਾ ਇਹ ਕੀ ਕਰੀ ਜਾਂਦੇ ਹੋ, ਪੱਟ ਪੱਟਣ ਵਾਲਾ ਹੋ ਗਿਆ, ਫਟਾਫਟ ਕੱਪੜਾ ਰੱਖੋ ਇਹ ਤੇ। ਹਾਂ। ਫਿਰ ਕੱਪੜਾ ਰੱਖ ਕੇ ਘੋਟਾ ਲਾਇਆ। ਜੇ 1-2 ਗੇੜੇ ਹੋਰ ਆ ਜਾਂਦੇ ਤਾਂ ਪੱਟ ਪਾਟ ਹੀ ਜਾਣੇ ਸੀ। ਅੱਛਾ, ਪੱਟ ਪਾਟ ਜਾਣੇ, ਹੱਡੀ ਨੰਗੀ ਹੋ ਜਾਣੀ, ਹੱਡੀ ਨੰਗੀ ਹੋ ਜਾਣੀ ਸੀ। ਉਦੋਂ ਬਾਅਦ ਫਿਰ ਕੱਪੜਾ ਰੱਖ ਕੇ ਉਹਨਾਂ ਨੇ ਘੋਟਾ ਲਾਇਆ। ਪਹਿਲੀ ਐਕਸਰਸਾਈਜ਼ ਇਹ ਕਰਦੇ ਆ, ਦੂਜੀ ਫਿਰ ਇਹ 180 ਤੇ ਕਰਕੇ, 90 ਚ ਵੀ ਇਹੀ ਕਰਦੇ ਰਹੇ। ਇੱਕ ਐਂ ਬਾਹਾਂ ਪਿੱਛੇ ਬੰਨ ਕੇ, ਉੱਪਰ ਭੌਣੀ ਟੰਗੀ ਹੁੰਦੀ ਹੈ, ਰੱਸਾ ਖਿੱਚ ਕੇ ਲਮਕਾ ਲੈਂਦੇ ਆ। ਹਾਂ। ਲਮਕਾ ਕੇ ਫਿਰ ਡਾਂਗ ਥੱਲੇ ਬਾਉਂਦੇ ਆ, ਖੜ ਕੇ ਆ ਮੋਢੇ ਮੂਹਰੇ ਨਿਕਲੇ ਆਉਂਦੇ ਐਂ ਕਰਕੇ। ਅੱਛਾ। ਮੋਢਿਆਂ ਤੇ, ਗੋਡਿਆਂ ਤੇ, ਗਿੱਟਿਆਂ ਤੇ, ਪੈਰ ਦੀਆਂ ਛੱਤਾਂ ਤੇ। ਹਾਂ। ਬਹੁਤ ਮੈਨੂੰ ਇਹ ਮਹਿਸੂਸ ਹੁੰਦਾ ਵੀ ਮੇਰੇ ਇੱਕ ਵਾਰੀ ਚ ਘੱਟ ਤੋਂ ਘੱਟ 125-150 ਡਾਂਗ ਹੋ। ਇੱਕ ਵਾਰੀ ਦੇ ਵਿੱਚ 150 ਡਾਂਗ? ਹਾਂਜੀ, 125-150 ਡਾਂਗ ਮੇਰੇ ਮਾਰ ਦਿੰਦੇ ਸੀ। ਉਸ ਤੋਂ ਬਾਅਦ ਚਲੋ ਉਦੋਂ ਅਪਰੋਚ ਸੀ, ਮਗਰ 87 ਚ ਮੈਨੂੰ, ਪਰ ਇਹ ਤੁਹਾਡੇ ਤੇ ਦੋਸ਼ ਸਿਰਫ ਇਹ ਲੱਗਦਾ ਰਿਹਾ ਵੀ ਖਾੜਕੂ ਜਥੇਬੰਦੀਆਂ ਨਾਲ ਤੁਹਾਡੇ ਸੰਬੰਧ ਨੇ, ਤੁਸੀਂ ਉਹਨਾਂ ਦੀ ਮਦਦ ਕਰਦੇ ਹੋ, ਤੁਹਾਡਾ ਘਰ ਪਨਾਹਗਾਹ ਬਣਿਆ ਹੋਇਆ, ਬਸ ਆਹੀ ਦੋਸ਼ ਸੀ? ਬਿਲਕੁਲ ਇਹੀ ਦੋਸ਼ ਸੀ, ਇਹੀ ਦੋਸ਼। ਉਦੋਂ ਤੱਕ ਇਹੀ ਦੋਸ਼। 90 ਤੇ 87 ਚ ਇਸ ਕਰਕੇ ਇੰਟਰੋਗੇਟ। ਅੱਛਾ, 19 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਤੇ ਆਹ ਤਸ਼ੱਦਦ ਹੋਇਆ? ਹਾਂਜੀ। ਉਸ ਤੋਂ ਬਾਅਦ ਫਿਰ ਜਦੋਂ 10 ਜੁਲਾਈ 92 ਨੂੰ ਮੈਂ ਬਾਘੇ ਪੁਰਾਣੇ ਤੋਂ ਫੜਿਆ ਗਿਆ। ਹਾਂ। ਪਹਿਲਾਂ ਸਾਡਾ ਜਿਹੜਾ ਉਹ ਮਤਲਬ ਭਦੌੜ, ਭਗਤਾ, ਨਥਾਣਾ, ਰਾਮਪੁਰਾ, ਇਹ ਜਿਹੜਾ ਇਲਾਕਾ ਸੀ ਇਹ ਪਨਾਹਗਾਹ ਵਾਸਤੇ ਹੀ ਰੱਖਿਆ ਵਾ ਸੀ ਸੈਪਰੇਟ, ਵੀ ਇੱਥੇ ਕੋਈ ਵਾਰਦਾਤ ਨਾ ਹੋਵੇ, ਤਾਂ ਕਿ ਕਿਸੇ ਨੂੰ ਜਾਣ ਆਉਣ 'ਚ, ਇੱਥੇ ਰਹਿਣ 'ਚ ਕੋਈ ਤੰਗੀ ਨਾ ਮਿਲੇ। ਪੁਲਿਸ ਉੱਥੇ ਹੀ ਕੰਮ ਕਰਦੀ ਸੀ ਜਿੱਥੇ ਵਾਰਦਾਤ ਹੁੰਦੀ ਸੀ। ਜਿੱਥੇ ਵਾਰਦਾਤ ਨਹੀਂ ਹੁੰਦੀ ਸੀ, ਪਨਾਹ ਵਾਲੇ ਨੂੰ ਛੇਤੀ ਕੀਤੇ ਪੁਲਿਸ ਨਹੀਂ ਸੀ ਬੁਲਾਉਂਦੀ, ਕਿਉਂਕਿ ਪੁਲਿਸ ਵੀ ਉਦੋਂ ਰਿਸਕ ਸਮਝਦੀ ਸੀ ਇਸ ਗੱਲ 'ਚ। ਪੁਲਿਸ ਕੋਲੇ ਹਥਿਆਰ ਉਦੋਂ ਮਾੜੇ ਸੀ ਤੇ ਖਾੜਕੂ ਸਿੰਘਾਂ ਕੋਲੇ ਹਥਿਆਰ ਉਦੋਂ
ਆਟੋਮੈਟਿਕ ਸੀ। ਅੱਛਾ, ਪੁਲਿਸ ਨੂੰ SLR 303 ਅਸਲ 'ਚ ਉਦੋਂ ਰੱਖੀਆਂ ਗਈਆਂ, ਪਹਿਲਾਂ 303 ਚੱਕ ਕੇ ਵੀ ਲਈ ਫਿਰਦੇ ਸੀ, ਉਦੋਂ SLR ਦੇ ਦਿੱਤੀਆਂ। ਫਿਰ ਜਿਹੜੀਆਂ ਪਹਿਲੀਆਂ 67 AK-47 ਇਹਨਾਂ ਕੋਲੇ ਆਈਆਂ, ਉਹ ਖਾੜਕੂਆਂ ਤੋਂ ਫੜੀਆਂ ਹੋਈਆਂ ਆਈਆਂ, ਜਿਹੜੀਆਂ ਕਿ ਮੁਕੱਦਮਾ ਮਾਲ ਹੋਣੀਆਂ ਚਾਹੀਦੀਆਂ ਸੀ, ਮੁਕੱਦਮੇ ਦਾ ਮਾਲ ਹੋਣੀਆਂ ਚਾਹੀਦੀਆਂ ਸੀ, ਪਰ ਇਹਨਾਂ ਨੇ ਕਾਨੂੰਨ ਤੋਂ ਪਾਸੇ ਜਾ ਕੇ ਉਹਨਾਂ ਨੂੰ ਵਰਤਣਾ ਸ਼ੁਰੂ ਕੀਤਾ। ਅੱਛਾ ਅੱਛਾ ਅੱਛਾ, ਵੀ ਖਾੜਕੂ ਸਿੰਘਾਂ ਕੋਲੇ ਸਗੋਂ ਆਧੁਨਿਕ ਹਥਿਆਰ ਸਨ। ਬਿਲਕੁਲ, ਤੇ ਇਹਨਾਂ ਕੋਲੇ ਪੁਰਾਣੇ ਸੀ। ਇਹਨਾਂ ਕੋਲੇ SLR ਹੀ ਸੀ ਹੁੰਦੀ ਸੀ। ਜਦੋਂ ਤੁਹਾਨੂੰ ਫਸਟ ਟਾਈਮ ਟੌਰਚਰ ਕੀਤਾ, ਉਸ ਤੋਂ ਬਾਅਦ ਤੁਸੀਂ 87 ਵਿੱਚ ਟੌਰਚਰ ਹੋਣ ਤੋਂ ਬਾਅਦ ਛੁੱਟ ਗਏ ਜਾਂ ਨਾਲ ਹੀ ਰਹੇ? ਨਹੀਂ ਨਾ ਜੀ, ਮੈਂ ਬਿਲਕੁਲ ਨਹੀਂ ਉਹਨਾਂ ਨੂੰ ਛੁੱਟ ਸਕਿਆ, ਪਿਆਰ ਹੀ ਇੰਨਾ ਬਣ ਗਿਆ। ਤੇ ਉਧਰੋਂ ਲੈਵ ਲੱਗੀ ਵੀ ਸੀ ਹਰਿਮੰਦਰ ਸਾਹਿਬ ਤੇ, ਅਟੈਕ ਕਿਉਂ ਹੋ ਗਿਆ। ਉਦੋਂ ਬਾਅਦ ਤਾਂ ਫਿਰ ਜਿਹੜਾ ਸਾਡਾ ਦਿੱਲੀ 'ਚ ਘਾਣ ਹੋ ਗਿਆ, ਉਦੋਂ ਵੀ ਪ੍ਰਚੰਡ ਹੋ ਗਏ ਵੀ ਇੰਨੀ ਕੌਮ ਨਾਲ ਜ਼ਿਆਦਤੀ। ਕਿੰਨੇ ਪੜ੍ਹਾਈ ਆਪਣੀ ਵਿੱਚੇ ਛੱਡਤੀ? ਪੜ੍ਹਾਈ ਕਰੀ ਗਿਆ ਜੀ, ਮੈਂ ਨਾਲ BA ਕਰ ਲਈ ਸੀ। BA ਕਰਕੇ ਇੱਥੇ ਯੂਨੀਵਰਸਿਟੀ ਪਟਿਆਲਾ MA 'ਚ ਐਡਮਿਸ਼ਨ ਹੋਰ ਨਾਂ ਤੇ ਲਈ ਸੀ। ਫਿਰ ਇੱਥੇ ਜ਼ਿਆਦਾ ਨਹੀਂ ਰਹਿ ਸਕਿਆ ਮੈਂ, ਕਿਉਂਕਿ ਕੰਮ ਹਲਕੇ 'ਚ ਹੀ ਹੁੰਦੇ ਆਪਦੇ ਜ਼ਿਆਦੇ। ਮੈਂ ਰਿਹਾ ਜ਼ਿਆਦਾਤਰ ਪਿੰਡ ਹੀ, ਕਦੇ ਇੱਥੇ ਆਉਂਦਾ ਸੀ, ਬਾਕੀ ਪਿੰਡ ਹੀ ਰਿਹਾ। ਤੁਸੀਂ ਕੁਝ ਕਹਿ ਰਹੇ ਸੀ ਕਿ ਜਦੋਂ 87 ਵਿੱਚ ਤੁਹਾਡੇ ਨਾਲ ਟੌਰਚਰ ਹੋਇਆ ਤੇ ਉਸ ਤੋਂ ਬਾਅਦ ਅਪਰੋਚ ਸੀ? ਹਾਂ, ਅਪਰੋਚ ਸੀ, ਉਹਨਾਂ ਨੇ ਮੈਨੂੰ ਛਡਾ ਲਿਆ। ਹਾਂ, ਜਿਹੜੇ ਮੇਰੇ ਮਗਰ ਬੰਦੇ ਗਏ। ਕਾਲਜ 'ਚ ਵੀ ਸਟ੍ਰਾਈਕ ਕੀਤੀ ਮੁੰਡਿਆਂ ਨੇ ਪਿੱਛੇ, ਤੇ ਕੁਛ ਅਪਰੋਚ ਵਾਲੇ ਬੰਦੇ ਮਿਲ ਗਏ ਜਿਹੜੇ ਜੁਰਤ ਰੱਖਦੇ ਸੀ ਪੁਲਿਸ ਤੋਂ ਮੈਨੂੰ ਛਡਾਉਣ ਦੀ। ਉਹਨਾਂ ਨੇ ਮੇਰੇ ਤੇ ਕੋਈ ਪਰਚਾ ਦਰਜ ਨਹੀਂ ਹੋਣ ਦਿੱਤਾ, ਮੈਨੂੰ ਛਡਾ ਲਿਆ। ਤੇ 92 ਵਿੱਚ ਜਿਹੜੀ ਗ੍ਰਿਫਤਾਰੀ ਹੋਈ, ਉਹ ਕਿੱਥੋਂ ਹੋਈ, ਕਿਸ ਮਾਮਲੇ 'ਚ ਹੋਈ? ਉਸ ਤੋਂ ਬਾਅਦ 90 'ਚ ਹੋਈ ਜੀ। ਹਾਂ, 90 'ਚ ਜਿਹੜੀ ਇਹ ਬਹੁਤ ਖਾਸ ਗੱਲ ਹੈ, ਕਿਸੇ ਖਾੜਕੂ ਨੇ ਪੰਜਾਬ 'ਚ ਆਪਦੀ ਸਕੀ ਭੈਣ ਦੀ ਬਰਾਤ ਨਹੀਂ ਮੋੜੀ ਹੋਣੀ। ਮੈਂ ਆਪਦੀ ਸਕੀ ਭੈਣ ਦੀ ਬਰਾਤ ਮੋੜਤੀ। ਉਹ ਜ਼ਿਆਦਾ ਬੰਦੇ ਆ ਗਏ, ਕਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਇਕੱਲਾ ਮੁੰਡਾ ਵਿਆਹੁਣਾ, 30-35 ਬੰਦੇ ਆ ਜਾਓ। ਪਰ ਉਹ ਬਜਿੱਦ ਰਹੇ ਕਿ ਅਸੀਂ ਆਪਦੀ ਜ਼ਿੰਮੇਵਾਰੀ ਤੇ ਲੈ ਕੇ ਆਵਾਂਗੇ 200-250 ਬੰਦਾ। ਚਲੋ ਅਸੀਂ ਪ੍ਰਬੰਧ ਤਾਂ ਕਰ ਲਏ, ਪਰ ਮੈਂ ਕਿਹਾ ਵੀ ਇਹ ਠੀਕ ਨਹੀਂ ਜੇ ਅਸੀਂ ਲੋਕਾਂ ਦੇ 11 ਬੰਦੇ ਰੱਖ ਕੇ ਬਾਕੀਆਂ ਨੂੰ ਮੋੜ ਦਿੰਦੇ। ਖਾੜਕੂ ਸਿੰਘਾਂ ਵੱਲੋਂ ਇਹ ਐਲਾਨ ਸੀ ਨਾ ਵੀ 11 ਬੰਦੇ ਹੋਣੇ ਚਾਹੀਦੇ ਨੇ, ਵੀ ਸਾਡੇ ਕਿਉਂ ਆਵੇ। ਫਿਰ ਉਹ ਬਰਾਤ ਵਾਪਸ ਮੋੜੀ। ਲੋਕ ਬੜੇ ਅਚੰਭੇ 'ਚ ਪਏ ਸੀ ਵੀ ਇਹਦੀ ਭੈਣ ਕਿਵੇਂ ਬਸੂਗੀ, ਇਹਨੇ ਤਾਂ ਮਾਰਿਆ ਜਾਣਾ 2 ਸਾਲਾਂ ਨੂੰ, ਸਾਲ ਨੂੰ, 6 ਮਹੀਨਿਆਂ ਨੂੰ, ਪਤਾ ਹੀ ਨਹੀਂ ਕਦੋਂ ਮਾਰਿਆ ਜਾਣਾ। ਤੇ ਉਸ 'ਚ ਮੈਨੂੰ ਫਿਰ ਉਦੋਂ ਟੌਰਚਰ ਕੀਤਾ। ਮੈਨੂੰ ਪੁੱਛਣਾ ਚਾਹਿਆ ਵੀ ਕਿਹੜੇ ਕਿਹੜੇ ਬੰਦੇ ਆਏ ਸੀ। ਵਾਹਿਗੁਰੂ ਦੀ ਐਸੀ ਬਖਸ਼ਿਸ਼ ਰਹੀ ਮੇਰੇ ਤੇ, ਜਦੋਂ ਵੀ ਆਫਤ ਆਉਂਦੀ ਮੈਂ ਆਪਣੀ ਰੂਹ ਨੂੰ ਦਿੱਲੀ ਚਾਂਦਨੀ ਚੌਂਕ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਲੈ ਜਾਂਦਾ, ਗੁਰੂ ਤੇਗ ਬਹਾਦਰ ਅੱਗੇ ਬੇਨਤੀ ਕਰਦਾ ਵੀ ਵੇਖਿਓ ਜਿਵੇਂ ਤੁਹਾਡੇ ਸਿੱਖ ਨਹੀਂ ਡੋਲੇ ਸੀ, ਉਸੇ ਤਰ੍ਹਾਂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਕਿ ਤੁਹਾਡਾ ਸਿੱਖ ਡੋਲ ਨਾ ਜਾਵੇ। ਉਸ ਤੋਂ ਬਾਅਦ ਫਿਰ 92 'ਚ 10 ਜੁਲਾਈ 92 ਨੂੰ ਮੈਂ ਫੜਿਆ ਗਿਆ, ਕਿਉਂਕਿ ਮੈਨੂੰ ਘਰ ਛੱਡਣਾ ਪੈ ਗਿਆ। 10 ਮਈ 92 ਨੂੰ ਇੱਕ ਭੈਰੂਪੇ ਦਾ ਬੰਦਾ ਸਾਡੇ ਨਾਲ ਅਟੈਚ ਹੋ ਗਿਆ, ਜਿਹਨੂੰ ਅਸੀਂ ਕਦੇ ਵੀ ਕਰਨਾ ਨਹੀਂ ਚਾਹੁੰਦੇ ਸੀ। ਉਹਨੇ ਭੈਰੂਪਾ ਪਿੰਡ ਵਿੱਚ 10-11 ਕਤਲ ਕਰਤੇ, 5 ਬੰਦੇ ਫੱਟੜ ਹੋ ਗਏ। ਅੱਛਾ। ਉਹ ਪਰਚੇ 'ਚ ਮੇਰਾ ਨਾਂ ਇਹਨਾਂ ਨੇ ਲੈ ਲਿਆ, ਹਾਲਾਂਕਿ ਮੇਰਾ ਉਹਦੇ ਨਾਲ ਸੰਬੰਧ ਕੋਈ ਨਹੀਂ ਸੀ। ਕੁਝ ਗਲਤ ਬੰਦੇ ਵੀ ਖਾੜਕੂ ਜਥੇਬੰਦੀਆਂ ਵਿੱਚ ਵੜ ਗਏ ਸੀ। ਬਿਲਕੁਲ ਜੀ, ਗਲਤ ਬੰਦੇ ਬੜੇ, ਤਾਂ ਹੀ ਇਸ ਪੋਜੀਸ਼ਨ ਨੂੰ ਅਸੀਂ ਇੰਨਾ ਛੇਤੀ ਪਹੁੰਚੇ। ਗਲਤ ਬੰਦੇ ਹੀ ਵੜ ਗਏ। ਪੁਲਿਸ ਨੇ ਕੈਟ ਬਾੜ ਤੇ। ਅੱਛਾ। ਹਾਂ, ਮੈਨੂੰ ਗੁਰਪ੍ਰੀਤ ਕਾਂਗੜ ਨੇ ਇੱਕ ਕੈਟ ਮਿਲਾਇਆ 90 'ਚ, ਕੇਸਰੀ ਦਸਤਾਰ, ਜਿਹੜਾ ਹੁਣ ਆਪਣਾ ਮਾਲ ਮੰਤਰੀ ਹੈ। ਤੇ ਹਾਂ, ਦਾੜਾ ਛੱਡਿਆ ਬੰਦੇ ਦਾ। ਉਹ ਕਹਿੰਦਾ, ਕਾਂਗੜ ਕਹਿੰਦਾ ਵੀ ਇਹ ਕਹਿੰਦਾ ਵੀ ਯਾਰ ਮੈਂ ਕੰਮ ਕਰਨਾ ਚਾਹੁੰਦਾ, ਜਥੇਬੰਦੀ ਮੈਨੂੰ ਕੋਈ ਰਲਾਉਂਦੀ ਨਹੀਂ। ਮੈਂ ਕਿਹਾ ਵੀ ਜਥੇਬੰਦੀਆਂ ਵੱਲੋਂ ਹਦਾਇਤ ਹੈ ਵੀ ਹੁਣ ਰਲਾ ਨਹੀਂ ਸਕਦੇ, ਬਾਕੀ ਮੈਂ ਤੁਹਾਨੂੰ ਪੁੱਛ ਕੇ ਦੱਸ ਦੂੰ। ਮੈਂ ਨਹੀਂ ਸਮਝ ਸਕਿਆ ਉਦੋਂ ਵੀ ਇਹ ਕੈਟ ਹੈ। ਮੈਂ ਨਿਕਲ ਗਿਆ। ਉਦੋਂ ਬਾਅਦ ਜਦੋਂ ਮਾਲਟਾ ਕਿਸ਼ਤੀ ਕਾਂਡ ਹੋਇਆ, ਉਦੋਂ ਸਾਡੇ ਕੋਲ ਏਜੰਟ ਕੋਲੇ ਅਸੀਂ ਇੱਕ ਕੋਲੇ ਬਹਿੰਦੇ ਹੁੰਦੇ ਸੀ, ਸਿਧਾਣਾ ਪਿੰਡ ਆ, ਲੱਖਾ ਸਿਧਾਣੇ ਵਾਲਾ, ਉਹਦੇ ਪਿੰਡ ਦਾ ਕੇਵਲ ਸਿੰਘ ਸੀ। ਉਹਨਾਂ ਨੂੰ ਵੀ IB ਨੇ ਪੁੱਛਗਿੱਛ ਕਰਨੀ ਚਾਹੀ। ਉਹ ਮੇਰੇ ਕੋਲੇ ਆਇਆ, ਕਹਿੰਦਾ ਵੀ ਇਸ ਤਰ੍ਹਾਂ ਕਰਕੇ ਆਏ ਆ। ਮੈਂ ਕਿਸੇ ਬੰਦੇ ਨੂੰ ਲੈ ਕੇ ਅਪਰੋਚ ਕੀਤਾ ਜਦੋਂ ਕਿਸੇ ਹੋਰ ਬੰਦੇ ਨੂੰ, ਉਹ ਕਹਿੰਦਾ ਵੀ ਮੇਰੀ ਤਾਂ ਉਹ DSP ਨਹੀਂ ਮੰਨਦਾ, ਉਹ DSP ਹੋਰ ਬੰਦੇ ਦੀ ਮੰਨਦਾ, ਆਪਾਂ ਉੱਥੇ ਚੱਲਦੇ ਹਾਂ। ਪੁਲਿਸ ਲਾਈਨ ਦੇ ਕੁਆਟਰਾਂ 'ਚ ਅਸੀਂ ਚਲੇ ਗਏ। ਮੈਂ ਬਾਹਰ ਖੜ ਗਿਆ, ਬਾਕੀ ਬੰਦੇ ਅੰਦਰ ਵੜ ਗਏ। ਮੈਂ ਕਿਹਾ ਚੱਲ ਕੁਆਟਰ ਕਮਰਾ ਛੋਟਾ ਹੀ ਹੁੰਦਾ, ਆਪਾਂ ਕੰਮ ਵੀ ਆਪਣਾ ਕੋਈ ਨਹੀਂ ਇੱਥੇ, ਜਿਹੜਾ ਜਾਣ ਪਛਾਣ ਵਾਲਾ ਗਿਆ ਹੈ। ਅੰਦਰੋਂ ਆਵਾਜ਼ ਆਈ, ਬਾਬਾ ਲੰਘਿਆ। ਮੈਂ ਕਿਹਾ ਇੱਥੇ ਬਾਬਾ ਕਹਿਣ ਵਾਲਾ ਕੌਣ ਆ ਗਿਆ? ਜਦੋਂ ਮੈਂ ਬਾਹਰ ਖੋਲ ਕੇ ਅੰਦਰ ਵੜਿਆ, ਮੇਰੇ ਸਾਹਮਣੇ ਇੱਕ ਸਿਰ ਤੋਂ ਗੰਜਾ ਤੇ ਕਲੀਨ ਸ਼ੇਪ ਬੰਦਾ ਖੜਾ ਸੀ। ਉਹਨੇ ਮੇਰੇ ਨਾਲ ਹੱਥ ਮਿਲਾਇਆ, ਮੈਂ ਉਹਨੂੰ ਪਛਾਣ ਨਹੀਂ ਸਕਿਆ।
ਹੱਥ ਮਿਲਾਉਣ ਤੋਂ ਬਾਅਦ ਜਦੋਂ ਉਹਨੇ ਕਿਹਾ ਵੀ ਕਿੱਧਰ ਗਈਆਂ ਆਪਣੀਆਂ ਜਥੇਬੰਦੀਆਂ, ਫਿਰ ਮੇਰੇ ਦਿਮਾਗ ਨੇ ਕੰਮ ਕਰਿਆ ਵੀ ਇਹ ਉਹ ਬੰਦਾ ਹੈ। ਮੈਂ ਕਿਹਾ ਬਾਈ ਜੀ ਖਪਾਤੀਆਂ ਤੁਸੀਂ। ਅੱਛਾ। ਉਹ ਕਹਿੰਦਾ ਸਾਨੂੰ ਤਾਂ ਬਾਈ ਨੇ, ਕਾਂਗੜ ਬਾਈ ਨੇ 86 ਦਾ ਭਰਤੀ ਕਰਾਇਆ ਵਾ, ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਮੈਂ ਜੇ ਅੱਛਾ ਮੂੰਹੋਂ ਮੰਨੇ। ਹਾਂ, ਉਦੋਂ ਜੇ ਮਾਰਨਾ ਚਾਹੁੰਦਾ ਮੈਂ ਤੈਨੂੰ ਉਦੋਂ ਵੀ ਫੜ ਕੇ ਮਾਰ ਸਕਦਾ ਸੀ ਜਿੱਦੇ ਭਗਤੇ ਮਿਲਾਇਆ ਸੀ, ਪਰ ਅਸੀਂ ਤੇਰੇ ਰਾਹੀਂ ਰਲ ਕੇ ਤੇਰੇ ਨਾਲ ਅਸੀਂ ਵੱਡੇ ਜਗਰੂਪ ਸਿੰਘ ਜੂਪਾ, ਫੂਲਾ ਸਿੰਘ ਸੰਘੇੜਾ, ਰਾਜਵੀਰ ਸਿੰਘ ਜੱਸੀ, ਜਗਰੂਪ ਕਾਲਖ, ਡਾਕਟਰ ਪ੍ਰੀਤਮ ਸੇਖੋਂ, ਬੁੱਧ ਸਿੰਘ ਵਾਲਾ, ਇਹੋ ਜਿਹੇ ਬੰਦਿਆਂ ਨੂੰ ਤੇਰੇ ਰਾਹੀਂ ਅਸੀਂ ਲੈਣਾ ਚਾਹੁੰਦੇ ਸੀ। ਤੇ ਮੈਨੂੰ ਉਸ ਦਿਨ ਮਹਿਸੂਸ ਹੋਇਆ ਵੀ ਗੁਰਪ੍ਰੀਤ ਸਿੰਘ ਕਾਂਗੜ ਜੋ ਅੱਜ ਮਾਲ ਮੰਤਰੀ ਹੈ, ਇਹਨੇ ਮੈਨੂੰ ਉਦੋਂ ਕੈਟ ਮਿਲਾਇਆ ਸੀ ਤੇ ਮੇਰੀ ਤਬਾਹੀ ਵੱਲ ਨੂੰ ਹੋਰ ਮੈਨੂੰ ਤੱਕ ਦਿੱਤਾ ਸੀ, ਧੱਕਿਆ ਸੀ। ਵੀ ਇਸ ਗੱਲ ਨੂੰ ਦੇਖੋ, ਮੈਂ ਇੱਕ ਗੱਲ ਬੇਨਤੀ ਕਰਨੀ ਚਾਹੁੰਦਾ ਵਾਂ, ਇੱਥੇ ਦੁਨੀਆ ਭਰ ਦੇ ਲੋਕ ਆਪਾਂ ਨੂੰ ਦੇਖਦੇ ਪਏ ਨੇ। ਬਿਲਕੁਲ। ਇੱਥੇ ਆਪਾਂ ਇੰਟਰਵਿਊ ਨਹੀਂ, ਇੱਕ ਦਸਤਾਵੇਜ਼ ਪੇਸ਼ ਕਰ ਰਹੇ ਹਾਂ। ਹਾਂਜੀ ਹਾਂ, ਦਸਤਾਵੇਜ਼ ਪੇਸ਼ ਕਰ ਰਹੇ ਹਾਂ, ਔਰ ਤੁਸੀਂ ਉਸ ਸਮੇਂ ਦੇ ਚਸ਼ਮਦੀਦ ਹੋ। ਮੇਰਾ 81 ਦੇ 12ਵੇਂ ਮਹੀਨੇ ਦਾ ਬਰਥ ਹੈ। ਮੈਂ ਉਸ ਵੇਲੇ ਕੋਈ ਕਿੰਨੇ ਸਾਲਾਂ ਦਾ ਹੋਵਾਂਗਾ, 8 ਜਾਂ 9 ਸਾਲਾਂ ਦਾ, ਜਿਸ ਸਮੇਂ ਤੁਸੀਂ ਗੱਲ ਕਰਦੇ ਪਏ ਹੋ। ਬਟ ਤੁਸੀਂ ਉਸ ਸੰਘਰਸ਼ ਨੂੰ ਵੇਖਿਆ, ਜੀਵਿਆ, ਹੱਡਾਂ ਤੇ ਹੰਡਾਇਆ। ਕਾਫੀ ਗੱਲਾਂ ਤੁਹਾਡੇ ਕੋਲ ਸੱਚਾਈਆਂ ਬਾਹਰ ਨਿਕਲਣਗੀਆਂ, ਪਰ ਇਸ ਗੱਲ ਨੂੰ ਤੁਸੀਂ ਮੰਨਦੇ ਹੋ। ਇੱਕ ਤੇ ਇਹ ਕਿ ਕੁਝ ਗਲਤ ਬੰਦੇ ਸਰਕਾਰ ਨੇ ਵਿੱਚ ਵਾੜ ਦਿੱਤੇ ਸੀ, ਜਿਨ੍ਹਾਂ ਨੇ ਸੰਘਰਸ਼ ਦਾ ਬੇੜਾ ਗਰਕ ਕੀਤਾ, ਸਿਰ ਨਹੀਂ ਲੱਗਣ ਦਿੱਤਾ। ਸੈਕਿੰਡ, ਜਿਹੜੀ 92 ਦੀ ਇਲੈਕਸ਼ਨ ਦਾ ਬਾਈਕਾਟ ਕੀਤਾ, ਉਸ ਬਾਈਕਾਟ ਦੇ ਵਿੱਚੋਂ ਮੁੱਖ ਮੰਤਰੀ ਬੇਅੰਤ ਸਿੰਘ ਬਣਿਆ ਤੇ ਪੰਜਾਬ ਦੇ ਮੁੰਡੇ ਮਰੇ। ਇਸ ਗੱਲ ਨੂੰ ਖਾੜਕੂ ਸਿੰਘ ਵੀ ਕਬੂਲਦੇ ਨੇ ਬਹੁਤਾਤ। ਮੈਂ ਖਾੜਕੂ ਸਿੰਘ ਜਿੰਨੇ ਕੁ ਸਾਨੂੰ ਇੱਥੇ ਸਟੂਡੀਓ ਦੇ ਵਿੱਚ ਸਾਡੇ ਕੋਲੇ ਆਏ ਨੇ, ਜਿਹੜੇ ਕੇਸਾਂ ਚੋਂ ਬਰੀ ਹੋ ਚੁੱਕੇ ਨੇ, ਉਹ ਮੰਨਦੇ ਨੇ ਇਹਨਾਂ ਗੱਲਾਂ ਨੂੰ। ਚਾਹੁੰਦਾ ਸੀ ਵੀ ਉਹ ਵੱਖਰੀ ਇੱਕ ਇੰਟਰਵਿਊ ਕਰ ਲਈ ਜਾਂਦੀ ਜੀ। ਅੱਜ ਟੌਰਚਰ ਤੇ ਇਕੱਲੇ ਤੇ ਜੇ ਕਰ ਲਈਏ, ਲੋਕਾਂ ਨੂੰ ਦੱਸ ਦਈਏ ਵੀ ਟੌਰਚਰ ਉਦੋਂ ਕਿਵੇਂ ਕੀਤਾ ਜਾਂਦਾ ਸੀ। ਹੁਣ ਜੇ ਕਿਸੇ ਦੇ 2 ਥੱਪੜ ਮਾਰ ਦੇਣ ਤਾਂ ਕਹਿੰਦੇ 3rd ਡਿਗਰੀ ਦਾ ਟੌਰਚਰ ਕੀਤਾ। ਹਾਂ, 2 ਥੱਪੜ। ਸਾਡੇ ਵਾਲੀ ਡਿਗਰੀ ਕਿਹੜੀ ਸੀ, ਮੈਂ ਪੁੱਛਣਾ ਚਾਹੁੰਦਾ ਲੋਕਾਂ ਨੂੰ ਵੀ ਜਿਹੜਾ ਸਾਨੂੰ ਟੌਰਚਰ ਕੀਤਾ ਉਹ ਕਿਹੜੀ ਡਿਗਰੀ ਸੀ। ਟੌਰਚਰ ਕਰਨ ਦਾ ਢੰਗ ਫਿਰ ਜਦੋਂ 90 ਤੱਕ ਤਾਂ ਇਸ ਤਰ੍ਹਾਂ ਹੀ ਕਰਦੇ ਰਹੇ ਜਿੰਨਾ ਮੈਂ ਦੱਸਦਾ। 92 ਚ ਫਿਰ ਜਦੋਂ ਫੜਿਆ, ਪਹਿਲਾਂ ਘੋਟਾ ਲਾ ਕੇ, ਫਿਰ 180 ਤੇ ਕਰਕੇ ਲੱਤਾਂ ਇੱਥੇ ਪਾ ਕੇ ਤੌਲੀਆ ਕੱਪੜਾ ਪਾ ਕੇ ਡਾਟਾ ਇੱਥੇ ਅੱਡੀਆਂ ਲਾ ਕੇ ਮੂਹਰ ਨੂੰ ਖਿੱਚ ਲੈਂਦੇ ਸੀ। ਅੱਛਾ ਜੀ। ਲੱਤਾਂ ਪਿੱਛੇ ਜਿੰਨੀ ਬਾਹਾਂ ਜਾਂਦੀਆਂ ਜਿੰਨੀਆਂ ਇੰਨੀਆਂ, ਲੱਤਾਂ ਇੱਥੇ ਚਲੀਆਂ ਜਾਂਦੀਆਂ ਸੀ। ਜਿਹੜਾ ਅੱਡੀ ਮਾਰਨ ਵਾਲਾ ਬੰਦਾ ਹੁੰਦਾ ਸੀ ਪੱਟਾਂ ਤੇ, ਉਹ ਮੇਰੇ ਬਰਾਬਰ ਖੜਾ ਹੁੰਦਾ ਸੀ। ਉਹਨਾਂ ਵਿੱਚ ਕੋਈ ਦਇਆ ਨਾਮ ਦੀ ਚੀਜ਼ ਨਹੀਂ ਸੀ ਹੁੰਦੀ। ਕੋਈ ਦਇਆ ਨਾਮ ਦੀ ਚੀਜ਼ ਨਹੀਂ ਸੀ ਉਹਨਾਂ ਕੋਲ। ਉਹ ਬਿਲਕੁਲ ਰਾਖਸ਼ ਬੁੱਧੀ ਦੇ ਲੋਕ ਸੀ ਜਿਹੜੇ ਇਸ ਤਰ੍ਹਾਂ ਕਰਦੇ ਸੀ। ਫਿਰ ਉਦੋਂ ਬਾਅਦ ਪਾਣੀ ਰੱਖ ਲੈਣਾ, ਲੱਤਾਂ ਚੌੜੀਆਂ ਕਰਾ ਕੇ ਵਿਚਾਲੇ ਟੱਬ, ਕੇਥਾਂ ਤੋਂ ਫੜ ਲੈਣਾ ਜੀ, ਵਿੱਚ ਡਬੋਇਆ, ਡਬੋਈ ਕਾਫੀ ਚਿਰ ਰੱਖਿਆ, ਕੱਢਿਆ ਐ ਨਾਲ ਦੀ ਨਾਲ ਫਿਰ ਥੱਲੇ ਡਬੋਤਾ। ਬੰਦੇ ਦੇ ਅੰਦਰ ਬਹੁਤ ਪਾਣੀ ਉੱਠ ਜਾਂਦਾ ਸੀ। ਉਦੋਂ ਬਾਅਦ ਫਿਰ ਉਹ ਕਰੰਟ ਲਾਉਂਦੇ ਸੀ। ਹਰ ਇੱਕ ਬੰਦੇ ਦੇ ਸ਼ਾਇਦ ਨਾ ਲਾਉਂਦੇ ਹੋਣ, ਕਿਉਂਕਿ ਜਿਹੜਾ ਮੇਰਾ ਕੇਸ ਸੀ ਜਿਹੜਾ ਉਹ ਬਹੁਤ ਵੱਡਾ ਸੀ, ਜਿਹਦੇ ਚ ਮੈਂ ਫੜਿਆ ਗਿਆ, ਜਿਹੜੀ ਸੀਕ੍ਰੇਸੀ ਆਊਟ ਹੋਈ। ਬਿਮਲ ਕੌਰ ਖਾਲਸਾ ਦੇ ਫਲੈਟ ਚੋਂ, ਬਿਮਲ ਕੌਰ ਖਾਲਸਾ ਨੂੰ ਸੈਣੀ ਨੇ, ਭਾਈ ਬੇਅੰਤ ਸਿੰਘ ਦੀ ਧਰਮ ਪਤਨੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ, ਉਹਨਾਂ ਦੀ ਪਤਨੀ ਬਿਮਲ ਕੌਰ ਖਾਲਸਾ ਦੇ ਫਲੈਟ ਚੋਂ ਬਿਮਲ ਕੌਰ ਖਾਲਸਾ ਨੂੰ ਮੈਂ ਸੁਣਨ ਚਾਹੀ, ਪੁਲਿਸ ਚੋਂ ਹੀ ਗੱਲ ਨਿਕਲ ਕੇ ਆਈ ਵੀ ਤਾਰਾਂ ਪਲੱਗ ਚਲਾ ਕੇ ਤੇ ਸਿੱਧੀਆਂ ਤਾਰਾਂ ਸੈਣੀ ਨੇ ਬਿਮਲ ਕੌਰ ਖਾਲਸਾ ਨੂੰ ਲਾਤੀਆਂ, ਜਿਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ। ਗੁਰਜੰਟ ਰਾਜਸਥਾਨੀ ਸੀ ਜਿਹੜਾ, ਉਹ ਪਿੱਛੇ ਭੱਜ ਗਿਆ ਤੇ ਸੁਖਵਿੰਦਰ ਸੁੱਖੀ ਨੂੰ ਉੱਥੋਂ ਫੜਿਆ, ਸ਼ੋਅ ਕਰਤਾ। ਨਹੀਂ, ਗੁਰਜੰਟ ਰਾਜਸਥਾਨੀ ਨੇ ਮੇਰੇ ਖਿਆਲ ਛਾਲ ਮਾਰੀ ਸੀ ਨਾ, ਪਿੱਛੇ ਛਾਲ ਮਾਰੀ ਸੜਕ ਤੇ ਪੱਕੀ ਥਾਂ ਤੇ। ਇਹਨਾਂ ਨੇ ਫੈਰ ਮਾਰ ਕੇ ਉਹਨੂੰ ਮਾਰ ਲਿਆ, ਕਿਉਂਕਿ ਰੋਡ ਸੀ, ਪੈਰਾਂ ਚ ਚੁੱਭਦੇ ਸੀ ਰੋਡ, ਉਸ ਕਰਕੇ ਭੱਜਿਆ ਜਾ ਨਹੀਂ ਸਕਿਆ। ਸਵੇਰ ਹੋਣ ਕਰਕੇ ਪੈਰ ਹਜੇ ਨੰਗੇ ਸੀ। ਉੱਥੇ ਉਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ। ਤੇ ਤੀਜਾ ਬੰਦਾ ਜਿਹੜਾ ਉੱਥੋਂ ਫੜਿਆ, ਸ਼ੋਅ ਕਰਤਾ, ਉਹ ਸੁਖਵਿੰਦਰ ਸੁੱਖੀ ਸੀ। ਅਸੀਂ ਸਮਝਦੇ ਰਹੇ ਵੀ ਇਹ ਤਾਂ ਬਹੁਤ ਵਧੀਆ ਬੰਦਾ ਹੈ। 6 ਬੰਦੇ ਅਸੀਂ ਸਰਕਾਰ ਦੇ ਵਿੱਚ ਜਿਹੜੇ ਬੰਦੇ ਸੀ ਉਹਨਾਂ ਦੇ ਰਿਸ਼ਤੇਦਾਰ ਚੱਕ ਲਏ ਸੀ। 7ਵਾਂ ਚੱਕਦੇ ਸੀ, ਜਿਹਦੇ ਚ ਮੈਂ ਫੜਿਆ ਗਿਆ, ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ। ਜੀਭ ਕਢਾ ਕੇ ਆਏ, ਜੀਭ ਤੇ ਕਰੰਟ ਲਾਉਂਦੇ। ਤੁਹਾਡੀ ਜੀਭ ਨੂੰ ਪ੍ਰੋਬਲਮ ਹੈ? ਹਾਂ, ਜੀਭ ਬੋਲਿਆ ਨਹੀਂ ਜਾ ਰਿਹਾ। ਹਾਂ, ਬੋਲਣ ਚ ਵੀ ਪ੍ਰੋਬਲਮ ਆਉਂਦੀ ਹੈ, ਪਾਟੀ ਵੀ ਹੈ। ਜਦੋਂ ਪਾਟਣਾ ਸ਼ੁਰੂ ਹੋ ਜਾਂਦੀ ਹੈ ਨਾ ਜੀ, ਫਿਰ ਮੈਂ ਦਾਲ ਸਬਜ਼ੀ ਨਾਲ ਰੋਟੀ ਵੀ ਨਹੀਂ ਖਾ ਸਕਦਾ, ਜਾਂ ਸ਼ੱਕਰ ਨਾਲ ਰੋਟੀ ਜਾਂ ਚੂਰੀ ਕੁੱਟ ਕੇ। ਇਹ ਹਜੇ ਮੇਰੀ ਮਾਤਾ ਹੈ ਇਸ ਦੇ ਯੋਗ, ਜਿਹੜੀ ਮੈਨੂੰ ਇਹ ਸਭ ਕੁਝ ਖਵਾਈ ਜਾਂਦੀ ਹੈ। ਘਰ ਮੈਂ ਬਿਲਕੁਲ ਬਰਬਾਦ ਕਰਤਾ, ਉਹਦੇ ਭੈਣਾਂ ਭਰਾਵਾਂ ਦਾ ਵੀ ਬਰਬਾਦ ਕਰਤਾ, ਹੋ ਗਿਆ ਮੇਰੇ ਕਾਰਨ।
ਤੇ ਟੌਰਚਰ ਦੀਆਂ ਇਹ ਕਰਕੇ ਉਦੋਂ ਬਾਅਦ ਫਿਰ ਜੀਭ ਤੇ ਕਰੰਟ, ਕੰਨਾਂ ਨੂੰ ਚੂੰਡੀਆਂ ਲਾਉਣ ਦੇ ਕਰੰਟ ਦੀਆਂ, ਜਦੋਂ ਕਰੰਟ ਲਾਉਂਦੇ ਬੰਦਾ ਕਿਸ ਤਰ੍ਹਾਂ ਹੁੰਦਾ ਬਸ। ਫਿਰ 3 ਥਾਂ ਕਰੰਟ ਲਾ ਕੇ ਬੰਦਾ ਬੇਸੁਰਤ ਹੋ ਜਾਂਦਾ ਤੇ ਉਹਨੂੰ ਕਾਠ 'ਚ ਲੱਤਾਂ ਲਾ ਕੇ ਫਿਰ ਸਿੱਟ ਦਿੱਤਾ ਜਾਂਦਾ। ਅੱਛਾ। ਜਿਹੜੇ 6 ਦਿਨ ਮੈਂ ਫਰੀਦਕੋਟ CI ਸਟਾਫ 'ਚ ਰਿਹਾ, ਉਹ 6 ਦਿਨ ਮੈਨੂੰ ਕੀੜਿਆਂ ਤੇ ਰੱਖਿਆ ਗਿਆ। ਕਿਹਦੇ ਤੇ? ਕੀੜਿਆਂ ਉੱਪਰ। ਕੀੜਿਆਂ ਤੇ? ਹਾਂਜੀ। ਕੀੜੇ ਜਿੱਥੇ ਆਪਣੀ ਲਾਈ ਵੀ ਸੀ ਉਹਨਾਂ ਦੀ ਕਾਠ, ਉਹਦੇ ਮਗਰ ਦੀ ਕੀੜੇ ਤਾਂ ਆਮ ਹੀ ਲੰਘਦੇ ਸੀ, ਬਾਕੀ ਬਿਸਤਰੇ ਤੇ ਵੀ ਉੱਪਰ ਆ ਜਾਂਦੇ ਸੀ ਇੱਧਰ। ਉਹ ਜੇ ਪੈਰ ਤੇ ਵੀ ਦੰਦੀ ਵੱਢਦੇ, ਉਦੋਂ ਬੰਦਾ ਜਦੋਂ ਇੰਨੀਆਂ ਲੱਤਾਂ ਚੌੜੀਆਂ ਕਰਕੇ ਲਾਇਆ ਹੋਵੇ, ਨਾ ਪੈ ਸਕਦਾ ਨਾ ਬਹਿ ਸਕਦਾ, ਉੱਠਣਾ ਬਹੁਤ ਔਖਾ ਪੈ ਕੇ। ਜਦੋਂ ਨੂੰ ਮੈਂ ਇੱਕ ਕੀੜਾ ਲਾ ਕੇ ਪੈਂਦਾ ਸੀ ਤੇ ਦੂਜਾ ਦੰਦੀ ਭਰ ਲੈਂਦਾ ਸੀ। ਇੱਧਰ ਬਾਹਾਂ ਤੇ ਉੱਪਰ ਵੀ ਗਰਮੀ ਦੇ ਦਿਨ ਸੀ, ਪਤਲੇ ਕੱਪੜੇ ਪਾਏ ਸੀ, ਇੱਧਰ ਵੀ ਦੰਦੀ ਵੱਢ ਜਾਂਦੇ। ਮੈਂ ਬਸ ਉਹ ਕੀੜਿਆਂ ਨੂੰ ਲਾਉਂਦੇ ਨਹੀਂ 6 ਦਿਨ 6 ਰਾਤਾਂ ਲੰਘਾਈਆਂ। ਤੇ ਮੈਂ ਉੱਥੇ ਇੱਕ ਕਲੈਰੀਕਲ ਦਾ, ਜਦੋਂ ਮੈਨੂੰ ਉੱਥੇ ਬੰਦ ਕੀਤਾ ਉਦੋਂ ਸਵੇਰੇ ਕਲੈਰੀਕਲ ਦਾ ਕੰਮ ਕਰ ਰਿਹਾ ਸੀ ਇੱਕ ਬੰਦਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਾਈ ਜੀ ਇੱਥੇ ਕੀੜੇ ਬਹੁਤ ਹੈ। ਉਹ ਕਹਿੰਦਾ ਪਤਾ ਲੱਗ ਗਿਆ? ਮੈਂ ਕਿਹਾ ਹਾਂ ਲੱਗ ਗਿਆ। ਕਹਿੰਦਾ ਅਸੀਂ ਸਾਲਾਂ ਦੇ ਇੱਥੇ ਆ, ਫਿਰ ਸਾਨੂੰ ਪਤਾ ਨਹੀਂ? ਕੀੜਿਆਂ ਕਰਕੇ ਤਾਂ ਤੈਨੂੰ ਇੱਥੇ ਪਾਇਆ, ਬਾਕੀ 24 ਬੰਦੇ ਫੜੇ ਵੇ ਉਹ ਉੱਧਰ ਹੈ, ਤੈਨੂੰ ਇਕੱਲੇ ਨੂੰ ਕਿਉਂ ਇੱਥੇ ਰੱਖਿਆ? ਤਾਂ ਹੀ ਪਾਇਆ। ਮੈਂ ਕਿਹਾ ਕੋਈ ਗੱਲ ਨਹੀਂ ਬਾਈ ਜੀ, ਫਿਰ ਇਹਦੇ ਨਾਲ ਵੀ ਸਿੱਝਾਂਗੇ। ਇੱਕ ਜਿਹੜੀ ਸਭ ਨੂੰ ਵੱਡੀ ਦੁਖਦਾਈ ਗੱਲ ਇਹ ਸੀ ਵੀ ਮੈਨੂੰ ਸਾਰਾ ਕੁਛ, ਜਿੰਨੇ ਬੰਦੇ ਸੀ ਸਾਰਿਆਂ ਨੂੰ ਟੌਰਚਰ ਹੁੰਦੇ ਦੇਖਣਾ ਪੈਂਦਾ ਸੀ। ਅੱਛਾ। ਆਪ ਟੌਰਚਰ ਹੋਣ ਨਾਲੋਂ ਟੌਰਚਰ ਹੁੰਦਾ ਦੇਖਣਾ ਔਖਾ ਹੈ। ਅੱਛਾ। ਇੱਕ ਚੋਰ ਨੇ ਮੁਕਤਸਰ ਤੋਂ ਚੋਰੀ ਕਰ ਲਈ ਸੀ ਸਿਉਣਾ, ਤੇ ਨੰਗਲਾ ਡੈਮ ਇੱਥੇ ਆ ਕੇ ਵੇਚੀ ਉਹਨੇ ਸਿਉਣਾ। ਉਹ ਚੋਰ ਜਿਹੜਾ ਸੀ ਬਹੁਤ ਸਰੀਰ ਕਮਜ਼ੋਰ ਸਰੀਰ ਦਾ ਬੰਦਾ ਸੀ। ਉਹਨਾਂ ਨੇ ਉਹਨੂੰ ਪੁੱਠਾ ਲਟਕਾ ਕੇ ਇੱਕ ਵਾਰੀ 'ਚ ਉਹਦੀਆਂ ਬਾਹਾਂ ਖੜਾਤੀਆਂ। ਮੈਂ 6 ਦਿਨ ਉਹ ਦੇਂਦਾ ਰਿਹਾ ਵੀ ਉਹ ਐਂ ਬਾਹਾਂ ਸਿਪਾਹੀ ਦੁੰਨੇ ਇੱਕ ਪਾਸੋਂ ਐਂ ਫੜ ਕੇ ਤਾਹਾਂ ਚੱਕ ਕੇ ਉਹਨੂੰ ਤੋਰੀ ਫਿਰਦੇ ਹੁੰਦੇ, ਰੋਟੀ ਉਹਨੂੰ ਆਪ ਖਵਾਉਂਦੇ। ਉਹ ਬਾਹਾਂ ਤੋਂ ਅਸਮਰੱਥ ਕਰਤਾ ਸੀ ਇੱਕ ਵਾਰੀ ਟੰਗਣ 'ਚ। ਹੌਲਾ ਸੀਗਾ ਉਹ, ਥੱਲੋਂ ਐਂ ਲੱਤਾਂ ਬੰਨ੍ਹ ਕੇ ਇੱਥੋਂ ਗਿੱਟੇ ਤੇ ਵਿਚਾਲੇ ਉਹਨਾਂ ਨੇ ਵਜਨ ਰੱਖਤਾ, ਘੋਟਾ ਸੀ ਬਜਰੀ ਨਾਲ ਭਰਿਆ ਵਾ ਲੋਹੇ ਦਾ, ਉਹ ਰੱਖ ਕੇ ਉਹਨੂੰ ਇੰਨਾ ਵੀਕ ਹੋਣ ਕਰਕੇ ਇੱਕੇ ਵਾਰੀ 'ਚ ਉਹਦੀਆਂ ਬਾਹਾਂ ਖੜ ਗਈਆਂ। ਇੱਥੋਂ ਇੱਥੇ ਨਹੀਂ ਕਰ ਸਕਦੀਆਂ ਸੀ, ਬਿਲਕੁਲ ਖਤਮ ਹੋ ਗਈਆਂ ਸੀ। ਹਾਂਜੀ, ਉਹ ਸਾਰਾ ਕੁਛ ਮੈਨੂੰ ਵੇਖਣਾ ਪੈਂਦਾ ਸੀ। ਜਿੰਨੇ ਵੀ ਹੋਰ ਫੜੇ ਵੇ ਸੀ ਮਾੜੇ ਮੋਟੇ ਵਾਲੇ ਜਾਂ ਜ਼ਿਆਦਾ ਖਾੜਕੂ ਬਾਦ ਨਾਲ ਹੀ ਸੰਬੰਧਿਤ ਜਿਹੜੇ ਬੰਦੇ, ਜਿਨ੍ਹਾਂ ਤੋਂ ਇੱਕ ਵਾਰੀ ਰੋਟੀ ਖਾ ਗਏ ਜਾਂ ਮੋਟਰ ਤੇ ਚਾਹ ਹੀ ਪੀ ਗਏ, ਉਹਨਾਂ ਨੂੰ ਵੀ ਪੁਲਿਸ ਫੜ ਲਿਆਉਂਦੀ ਸੀ। ਕੁਛ ਬੰਦੇ ਇਹੋ ਜਿਹੇ ਸੀ ਵੀ ਜਿਹੜੇ ਉਹਨਾਂ ਦੇ ਕੈਟ ਵਿੱਚ ਵਾੜੇ ਵੇ ਸੀ, ਉਹ ਖੁੱਲੀਆਂ ਦਾੜੀਆਂ ਛੱਡ ਕੇ ਇੱਕ SI ਜਾਂ ਇੱਕ ਹੌਲਦਾਰ ਦੀ ਅਗਵਾਈ 'ਚ ਉਹ ਲੋਕਾਂ ਦੇ ਘਰੀਂ ਜਾਂਦੇ ਸੀ ਤੇ ਤੜਕੇ ਨੂੰ ਜਾਂ ਦੂਜੇ ਦਿਨ ਤੀਜੇ ਦਿਨ ਰੇਡ ਕਰਕੇ ਉਹਨਾਂ ਨੂੰ ਚੱਕ ਲਿਆਉਂਦੇ ਸੀ ਵੀ ਤੁਹਾਡੇ ਘਰ ਖਾੜਕੂ ਆਏ ਹੈ, ਤੁਸੀਂ ਪੁਲਿਸ ਨੂੰ ਦੱਸਿਆ ਕਿਉਂ ਨਹੀਂ? ਉਹਨਾਂ ਨੂੰ ਵੀ ਚੱਕ ਕੇ ਉਹਨਾਂ ਹੀ ਟੌਰਚਰ ਕਰ ਦਿੰਦੇ ਜਿੰਨਾ ਮੈਨੂੰ ਪਹਿਲਾਂ ਕਰਦੇ ਰਹੇ। ਪਰ ਆਮ ਬੰਦਾ ਜਿਹੜਾ ਸੀ, ਆਮ ਬੰਦਾ, ਉਹਨੂੰ ਕੀ ਪਛਾਣ ਆਉਂਦੀ ਸੀ? ਕਿਉਂਕਿ ਹੁਣ ਦੇਖੋ ਤੁਸੀਂ ਇੱਕ ਖਾੜਕੂ ਦੌਰ ਦੇ ਵਿੱਚੋਂ ਲੰਘੇ ਸੀ, ਤੁਹਾਨੂੰ ਨਹੀਂ ਸੀ ਪਤਾ ਲੱਗਦਾ ਵੀ ਇਹ ਕੈਟ ਹੈ ਛੇਤੀ ਕਿਤੇ? ਨਹੀਂ ਲੱਗਦਾ ਸੀ। ਪਰ ਆਮ ਜਿਹੜੀ ਪੇਂਡੂ ਜਨਤਾ, ਕਿਰਤਕਾਰ ਕਰਨ ਵਾਲੇ, ਖੇਤੀਬਾੜੀ ਦਿਹਾੜੀ ਦੱਪਾ ਕਰਨ ਵਾਲੇ, ਉਹ ਵਿਚਾਰੇ ਕਿੱਧਰ ਜਾਂਦੇ? ਜੇ ਕੋਈ ਦਾੜੀ ਛੱਡ ਕੇ ਆ ਗਿਆ, ਪ੍ਰਸ਼ਾਦਾ ਮੰਗਿਆ, ਮਨਾ ਕਰਦੇ ਤਾਂ ਗੋਲੀ। ਜੇ ਉਹ ਸ਼ਿਕਾਇਤ ਦਿੱਤਾ ਤੇ ਅਗਲੇ ਦਿਨ ਤਾਂ ਸਾਰੇ ਬੰਦੇ ਥਾਣੇ ਤੇ ਜਨਾਨੀਆਂ ਤੱਕ ਥਾਣਿਆਂ ਦੇ ਵਿੱਚ ਰਹੀਆਂ। ਬਿਲਕੁਲ ਜਨਾਨੀਆਂ ਨੂੰ ਵੀ ਲੈ ਜਾਂਦੇ ਸੀ ਚੱਕ ਕੇ। ਬੰਦਾ, ਆਮ ਬੰਦੇ ਨੇ ਤਾਂ ਕੀ ਸਮਝ ਸਕਣਾ ਜੀ। ਹੁਣ ਆਪਣਾ ਭੇਸ ਸਾਰਾ ਇੱਕੋ ਹੈ, ਦਾੜੇ ਖੁੱਲੇ ਛੱਡ ਲਏ, ਉਹ ਤਾਂ ਆਮ ਖਾੜਕੂਆਂ ਨੂੰ ਵੀ ਵੱਧ ਕੇ ਖਾੜਕੂ ਦਿਸਦੇ ਸੀ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਕੋਈ ਡਰ ਨਹੀਂ ਸੀ। ਉਹ ਜਿਸ ਤਰ੍ਹਾਂ ਮਰਜ਼ੀ ਆਪਦੇ ਕੁੜਤੇ ਪਜਾਮੇ ਪਾਉਂਦੇ, ਦਾੜੇ ਖੁੱਲੇ ਛੱਡਦੇ, ਜੋ ਮਰਜ਼ੀ ਕਰਦੇ, ਕੇਸਰੀ ਦਸਤਾਰਾਂ ਸਜਾਉਂਦੇ। ਹਾਲਾਂਕਿ ਉਦੋਂ ਖਾੜਕੂਆਂ 'ਚ ਇਹ ਸੀ ਵੀ ਕੇਸਰੀ ਦਸਤਾਰ ਨਾ ਸਜਾਓ, ਹੋਰ ਦਸਤਾਰਾਂ ਲੈ ਲਓ, ਕਿਉਂਕਿ ਇਹ ਨਿਸ਼ਾਨੀ ਬਣੀ ਵੀ ਹੈ। ਪਰ ਉਹ ਕੇਸਰੀ ਦਸਤਾਰਾਂ ਸਜਾ ਕੇ, ਨੀਲੀਆਂ ਦਸਤਾਰਾਂ ਸਜਾ ਕੇ, ਦਾੜੇ ਖੁੱਲੇ ਛੱਡ ਕੇ ਲੋਕਾਂ ਦੇ ਘਰੀਂ ਜਾਂਦੇ ਤੇ ਉਹਨਾਂ ਨੂੰ ਭੁਲੇਖਾ ਖਾ ਜਾਂਦੇ। ਉੱਥੇ ਇੱਕ ਗੱਲ ਬਲਾਤਕਾਰ ਵਾਲੀਆਂ ਗੱਲਾਂ ਵੀ ਖਾੜਕੂ ਬਾਅਦ 'ਚ ਆਈਆਂ, ਉਹ ਵੀ ਅਜਿਹੇ ਲੋਕ ਕਰਦੇ। ਹਾਂ, ਇਹ ਚੀਜ਼ ਮੈਂ ਪੁੱਛਣੀ ਬੜੀ ਜ਼ਰੂਰੀ ਸੀ, ਪਰ ਮੈਂ ਥੋੜ੍ਹੀ ਜ਼ਬਾਨ ਨੂੰ ਦਬਾ ਰਿਹਾ ਸਾਂ, ਕਿਉਂਕਿ ਮੈਂ ਕੋਈ ਵੀ ਐਸਾ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਜਿਹਦੇ ਨਾਲ ਜਿਹੜੇ ਸੰਘਰਸ਼ ਨੂੰ ਜੀਵੇ ਨੇ, ਜਿਨ੍ਹਾਂ ਨੇ ਖੰਡਾਇਆ ਆ, ਉਹਨਾਂ ਦੇ ਜ਼ਖਮਾਂ 'ਤੇ ਮੈਂ ਕੋਈ ਲੂਣ ਛਿੜਕਾਂ।
ਕਿਉਂਕਿ ਤੁਸੀਂ ਬੜੇ ਹੰਡੇ ਹੋਏ ਹੋ, ਮੇਰੀ ਗੱਲ ਨੂੰ ਫੋਲੋ ਕਰਦੇ ਹੋਵੋਗੇ ਵੀ ਮੈਂ ਕਿਸ ਐਂਗਲ ਤੋਂ ਗੱਲ ਕਰਦਾ ਵਾਂ। ਹੁਣ ਜੇ ਮੈਂ ਸਿੱਧਾ ਸਵਾਲ ਕਰਦਾ ਵੀ ਉਦੋਂ ਖਾੜਕੂਆਂ ਤੇ ਦੋਸ਼ ਲੱਗਣੇ ਨੇ ਤੇ ਤੁਸੀਂ ਇਹ ਗੱਲ ਕਹਿ ਦੇਣੀ ਸੀ ਵੀ ਇੰਨਾ ਮੈਨੂੰ ਟੌਰਚਰ ਵੇਲੇ ਦੁੱਖ ਨਹੀਂ ਸੀ ਹੋਇਆ ਜਿੰਨਾ ਤੁਹਾਡਾ ਸ਼ਬਦ ਸੁਣ ਕੇ ਹੋਇਆ, ਹੈ ਨਾ। ਪਰ ਇਹ ਗੱਲ ਤੁਹਾਡੀ ਰਸਨਾ ਤੋਂ ਨਿਕਲੀ ਹੈ। ਮੈਂ ਇਸ ਗੱਲ ਨੂੰ ਥੋੜਾ ਅੱਗੇ ਵਧਾਉਣਾ ਵਾਂ। ਜਿਹੜੇ ਬਲਾਤਕਾਰ ਵਰਗੇ ਦੋਸ਼ ਲੱਗਦੇ ਸੀ ਉਹ ਕਿੰਨਾ ਲੋਕਾਂ ਵੱਲੋਂ ਕੀਤੇ ਜਾਂਦੇ ਸੀ? ਉਹੀ ਜਿਹੜੇ ਪੁਲਿਸ ਦੇ ਕੈਟ ਛੱਡੇ ਹੋਏ ਸੀ, ਹਾਂ, ਉਹਨਾਂ ਨੂੰ ਬਕਾਇਦਾ ਇਹ ਉੱਤੋਂ ਹਦਾਇਤਾਂ ਸੀ ਵੀ ਬਦਨਾਮ ਕਰਨਾ ਖਾੜਕੂਆਂ ਨੂੰ। ਉਹ ਕਿਵੇਂ ਕਰਨਾ? ਉਹ ਸਭ ਨਾਲੋਂ ਵੱਡੀ ਜਿਹੜੀ ਗੱਲ ਸੀ ਇਹੀ ਸੀ ਵੀ ਬਲਾਤਕਾਰ ਕਰੋ, ਹੋਰ ਇਸ ਤਰ੍ਹਾਂ ਜਿਵੇਂ ਵੀ ਕਰੋ, ਪਰੇਸ਼ਾਨ ਕਰੋ ਉਹਨਾਂ ਨੂੰ, ਤਾਂ ਕਿ ਉਹ ਖਾੜਕੂਆਂ ਨੂੰ ਨਫ਼ਰਤ ਕਰਨ ਲੱਗ ਜਾਣ। ਉਹ ਨਫ਼ਰਤ ਵਾਸਤੇ, ਨਫ਼ਰਤ ਦੇ ਬੀਜ ਬੀਜਣ ਵਾਸਤੇ ਉਹ ਸਾਰਾ ਕੁਝ ਕੀਤਾ ਜਾਂਦਾ ਸੀ। ਫਿਰ ਤੁਸੀਂ ਜਿਵੇਂ ਦੱਸਿਆ ਵੀ ਤੁਹਾਡੇ ਤੇ ਇੰਨਾ ਤਸ਼ੱਦਦ ਹੋਇਆ, ਅੱਜ ਤੁਸੀਂ ਸਰੀਰ ਤੇ ਕੀ ਮਹਿਸੂਸ ਕਰਦੇ ਹੋ ਹੁਣ ਇਸ ਵੇਲੇ? ਤੁਹਾਡੀ ਏਜ 51 ਸਾਲਾਂ ਦੀ ਹੈ। ਸਰੀਰ ਤਾਂ ਬਹੁਤ ਮਾੜਾ ਹਾਲ ਹੈ ਜੀ। ਇਦੋਂ 1 ਸਾਲ ਪਹਿਲਾਂ ਮੈਂ ਆਪ ਥੱਲੇ ਉੱਠ ਕੇ ਖੜਾ ਨਹੀਂ ਹੋ ਸਕਦਾ ਸੀ, ਥੱਲੇ ਹੁਣ ਵੀ ਨਹੀਂ ਉੱਠ ਸਕਦਾ। ਕੁਰਸੀ ਵਗੈਰਾ ਤਾਂ ਉੱਠ ਸਕਦਾ, ਥੱਲੇ ਬਹਿ ਕੇ ਜੇ ਚੌਂਕੜਾ ਮਾਰ ਕੇ ਮੈਂ ਬੈਠਣਾ ਹੋਵੇ ਤੇ ਮੈਂ ਕਿਸੇ ਦੇ ਸਹਾਰੇ ਬਿਨਾਂ ਉੱਠ ਨਹੀਂ ਸਕਦਾ। ਅਰਦਾਸ 'ਚ 3.5 ਮਿੰਟਾਂ ਦੀ ਅਰਦਾਸ ਹੈ, ਅਰਦਾਸ ਮੈਂ ਬਿਨਾਂ ਢੋਲ ਆਏ ਕਿਸੇ ਕੰਧ ਦੇ ਅਰਦਾਸ 'ਚ ਨਹੀਂ ਖੜ ਸਕਦਾ। ਇੰਨੀਆਂ ਲੱਤਾਂ ਵੀਕ ਹੋ ਚੁੱਕੀਆਂ, ਲੰਬਾ ਤੁਰ ਨਹੀਂ ਸਕਦਾ। ਬਹੁਤ ਮਾੜੇ ਹਾਲਾਤ ਹੈ ਸਰੀਰ ਦੇ। ਕੁਛ ਇਹੋ ਜਿਹੇ ਵੀ ਦੱਸਣਯੋਗ ਨਹੀਂ। ਜਿਹੜੇ ਗੁਪਤ ਅੰਗਾਂ ਤੇ ਉਹਨਾਂ ਨੇ ਕਰੰਟ ਲਾਏ, ਉੱਥੇ ਕੀ ਹਾਲਾਤ ਹੈ ਮੈਂ ਇੱਥੇ ਹੁਣ ਦੱਸਣਯੋਗ ਨਹੀਂ ਸਮਝਦਾ ਉਹ ਗੱਲ ਨੂੰ। ਮੈਂ ਤੁਹਾਡੇ ਉਸ ਦਰਦਾਂ ਦੀ ਕਿਤਾਬ ਨੂੰ ਫੋਲਣਾ ਵੀ ਨਹੀਂ ਚਾਹੁੰਦਾ, ਉਹਦਾ ਕੁਝ ਕਾਰਨ ਹੈ। ਦੋਸਤੋ, ਇੱਥੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਸਾਂ 'ਤੇ ਲੱਗਾ ਮੈਂ ਕਰਨ। ਕਈ ਵਾਰ ਐਸੀਆਂ ਇੰਟਰਵਿਊ ਵੀ ਲੈਣੀਆਂ ਪੈਂਦੀਆਂ ਨੇ ਕਿ ਸਵਾਲ ਕਰਦੇ ਹੋਏ ਆਪਣੀ ਜ਼ਬਾਨ ਦੱਬਦੀ ਹੈ, ਅਤੇ ਕਈ ਵਾਰ ਸਵਾਲ ਕੁਝ ਇਸ ਕਿਸਮ ਦੇ ਹੁੰਦੇ ਨੇ ਕਿ ਜੇ ਥੋੜ੍ਹਾ ਜਿਹਾ ਵੀ ਸੰਜਮ ਤੋਂ ਤੁਸੀਂ ਕੰਮ ਨਾ ਲਿਆ, ਥੋੜ੍ਹਾ ਜਿਹਾ ਤੁਹਾਡੇ ਤੋਲ ਅਤੇ ਬੋਲ ਦਾ ਕੋਈ ਅੰਤਰ ਰਹਿ ਗਿਆ ਅਤੇ ਗੱਲ ਕਈ ਵਾਰੀ ਕੁਝ ਹੋਰ ਹੀ ਬਣ ਜਾਇਆ ਕਰਦੀ ਹੈ। ਅਤੇ ਅਕਾਲ ਚੈਨਲ 'ਤੇ ਤੁਸੀਂ ਇਤਨੇ ਕੁ ਐਸੇ ਪ੍ਰੋਗਰਾਮ ਦੇਖ ਚੁੱਕੇ ਹੋ, ਸਾਨੂੰ ਚਾਹੁਣ ਵਾਲੇ ਵੀ ਬੜੇ ਨੇ, ਵਿਰੋਧਤਾ ਕਰਨ ਵਾਲੇ ਵੀ ਬੜੇ ਨੇ, ਕਿਉਂਕਿ ਅਸੀਂ ਸੱਚ ਪੇਸ਼ ਕਰਦੇ ਹਾਂ। ਉਹ ਫਿਰ ਸਾਡੀ ਇੱਕ ਇੱਕ ਗੱਲ ਨੂੰ ਲੱਭਿਆ ਜਾਂਦਾ ਹੈ। ਹਰਪ੍ਰੀਤ ਸਿੰਘ ਮਖੂ ਨੇ ਕੀ ਬੋਲਿਆ, ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਕਿਸ ਸੰਦਰਭ ਦੇ ਵਿੱਚ ਬੋਲਿਆ, ਉਸ ਸੰਦਰਭ ਨੂੰ ਨਹੀਂ ਦੇਖਿਆ ਜਾਂਦਾ, ਕਿਸ ਮੁੱਦੇ ਨੂੰ ਲੈ ਕੇ ਬੋਲਿਆ ਨਹੀਂ ਦੇਖਿਆ ਜਾਂਦਾ। ਪਰ ਆਹ ਚੀਜ਼ ਪੁੱਛੀ ਗਈ, ਹੁਣ ਤੁਸੀਂ ਸਭ ਕੁਝ ਸੁਣ ਰਹੇ ਹੋ। ਵੀਰ ਦਲਜੀਤ ਸਿੰਘ ਸਾਡੇ ਨਾਲ ਜਦੋਂ ਗੱਲ ਕਰਦੇ ਆ ਨਾ, ਅਤੇ ਉਹ ਜਿਸ ਹਿਸਾਬ ਨਾਲ ਦੱਸਦੇ ਆ, ਮੈਨੂੰ ਲੱਗਦਾ ਵੀ ਉਹ ਚੀਜ਼ਾਂ ਮੈਂ ਤੁਹਾਨੂੰ ਚੈਨਲ 'ਤੇ ਸੁਣਾ ਨਹੀਂ ਪਾਵਾਂਗਾ, ਕਿਉਂਕਿ ਚੈਨਲ ਦੀ ਇੱਕ ਮਰਿਆਦਾ ਹੈ, ਚੈਨਲ ਦੇ ਲਈ ਇੱਕ ਸੰਜਮ ਕੰਮ ਕਰਦਾ ਹੈ। ਅਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਦਰਿਆ ਕਿਨਾਰਿਆਂ ਦੀ ਮਰਿਆਦਾ ਵਿੱਚ ਹੋਵੇ ਠੀਕ ਰਹਿੰਦਾ ਹੈ, ਅੱਗ ਚੁੱਲ੍ਹੇ ਦੀ ਮਰਿਆਦਾ ਵਿੱਚ ਹੋਵੇ ਤਾਂ ਠੀਕ ਰਹਿੰਦੀ ਹੈ, ਸ਼ਬਦ ਵੀ ਕਿਸੇ ਮਰਿਆਦਾ ਵਿੱਚ ਚੱਲਣ 'ਤੇ ਠੀਕ ਰਹਿੰਦੇ ਨੇ। ਪਰ ਜਦੋਂ ਉਸ ਦੌਰ ਨੂੰ ਜੇ ਸੋਚਣਾ ਕਹੇ, ਸਮਝਣਾ ਕਹੇ, ਅਤੇ ਉਹ ਕਿਵੇਂ ਟੌਰਚਰ ਕੀਤਾ ਗਿਆ, ਜਦੋਂ ਮੈਂ ਬਿਆਨ ਕਰਨ ਲੱਗਾਂਗਾ ਨਾ, ਅਤੇ ਕਈਆਂ ਨੇ ਮੇਰੀਆਂ ਇਹਨਾਂ ਗੱਲਾਂ ਦੇ ਉੱਪਰ ਬਹੁਤ ਵੱਡੇ ਇਤਰਾਜ਼ ਜਤਾਉਣੇ ਨੇ। ਇਹ ਉਸ ਸਮੇਂ ਦੇ ਸੰਘਰਸ਼ੀ ਨੇ। ਸਾਨੂੰ ਤਾਂ ਇਸ ਤਰੀਕੇ ਵੀ ਦੱਸਿਆ ਜਾਂਦਾ ਸੀ ਕਿ ਬੀਬੀਆਂ ਭੈਣਾਂ ਨਾਲ ਜਿਹੜਾ ਟੌਰਚਰ ਸੀ ਉਹ ਕਿਸ ਕਿਸਮ ਦਾ ਹੁੰਦਾ ਸੀ, ਸ਼ਾਇਦ ਮੈਂ ਬਿਆਨ ਨਾ ਕਰ ਸਕਾਂ। ਸ਼ਾਇਦ ਦਲਜੀਤ ਸਿੰਘ ਦੁੱਲੇਵਾਲਾ ਆਫ ਰਿਕਾਰਡ 'ਤੇ ਮੈਨੂੰ ਦੱਸ ਦੇਣ, ਪਰ ਕੈਮਰੇ ਦੇ ਸਾਹਮਣੇ ਸ਼ਾਇਦ ਇਹ ਵੀ ਉਸ ਗੱਲ ਨੂੰ ਦੱਸਣ ਦੇ ਲਈ ਸੰਕੋਚ ਕਰਨ। ਪਰ ਹੈਰਾਨਗੀ ਦੀ ਗੱਲ ਹੈ ਵੀ ਜੇ ਬੰਦਿਆਂ ਨਾਲ ਜਿਵੇਂ ਟੌਰਚਰ ਸੀ, ਲੇਡੀਜ਼ ਨਾਲ ਵੀ ਘੱਟ ਨਹੀਂ ਸੀ ਗੁਜ਼ਾਰੀ ਜਾਂਦੀ ਹੁੰਦੀ। ਅਤੇ ਜੇ ਸਰੀਰ ਦੀ ਬਣਤਰ ਦੇਖੀਏ, ਬੰਦੇ ਦੀ ਅਤੇ ਬੀਬੀ ਦੀ ਬਣਤਰ ਵਿੱਚ ਬੜਾ ਵੱਡਾ ਅੰਤਰ ਹੈ। ਗਜ਼ਬ ਦੀ ਗੱਲ ਹੈ ਕਿ ਬੀਬੀਆਂ ਦੇ ਨਾਲ ਜਿਹੜਾ ਟੌਰਚਰ ਕੀਤਾ ਜਾਂਦਾ ਸੀ ਕਿਸ ਕਿਸਮ ਦਾ ਹੁੰਦਾ ਸੀ, ਉਹ ਬੜਾ ਹੈਰਾਨ ਕਰ ਦੇਣ ਵਾਲਾ ਹੈ, ਬੜਾ ਪਰੇਸ਼ਾਨ ਕਰ ਦੇਣ ਵਾਲਾ ਹੈ। ਪਰ ਜਦੋਂ ਕੋਈ ਉੱਠ ਕੇ ਕਹਿ ਦਿੰਦਾ ਹੈ ਵੀ ਨਹੀਂ, ਕੁਝ ਲੋਕ ਜਜ਼ਬਾਤੀ ਹੋ ਕੇ ਐਸਾ ਕਰ ਗਏ, ਅਤੇ ਵੀਰ ਜੀ ਮੈਨੂੰ ਦੱਸ ਰਹੇ ਸੀ, ਕਹਿੰਦੇ ਸਾਨੂੰ ਬੜੀ ਤਕਲੀਫ ਹੁੰਦੀ ਹੈ। ਸ਼ਾਇਦ ਉਦੋਂ ਇੰਨੀ ਤਕਲੀਫ ਨਹੀਂ ਹੋਈ ਜਦੋਂ ਟੌਰਚਰ ਹੋਇਆ, ਪਰ ਜਦੋਂ ਸ਼ਬਦ ਸੁਣਨੇ ਪੈਂਦੇ ਨੇ ਉਦੋਂ ਤਕਲੀਫ ਹੁੰਦੀ ਹੈ। ਜਦੋਂ ਉੱਠ ਕੇ ਕਹਿ ਦਿੰਦਾ ਹੈ ਕਿ ਇਹ ਤਾਂ ਸਿਰਫ ਜਜ਼ਬਾਤੀ ਹੋਏ, ਕੁਝ ਲੋਕਾਂ ਨੇ ਕੌਮ ਮਰਵਾਤੀ, ਉਦੋਂ ਤੁਹਾਡਾ ਕੀ ਮਹਿਸੂਸ ਕਰਦੇ ਹੋ? ਉਦੋਂ ਅਸੀਂ ਤੁਰੇ ਸੀ, ਜਿਹੜਾ ਉਹ ਤੁਰੇ ਸੀ ਕੌਮ ਦੀ ਸੇਵਾ ਵਾਸਤੇ। ਜਿਹੜੇ ਲੋਕ ਇਹ ਕਹਿੰਦੇ ਵੀ ਇਹਨਾਂ ਨੇ ਕੌਮ ਮਰਵਾਤੀ, ਬਸ ਉਦੋਂ ਅਸੀਂ ਮਰ ਨਹੀਂ ਸਕਦੇ, ਹੋਰ ਪਿੱਛੇ ਕੁਛ ਨਹੀਂ ਰਹਿੰਦਾ। ਇਸੇ ਕਰਕੇ ਜਿਹੜਾ ਜ਼ਿਆਦਾ ਦੁੱਖ ਹੁੰਦਾ ਹੈ ਵੀ ਸਾਡੇ ਕੁਛ ਜਰਨੈਲਾਂ ਨੇ ਸਾਨੂੰ ਡੋਬਤਾ। ਸਾਨੂੰ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ। ਅਗਲੀਆਂ ਇੰਟਰਵਿਊਆਂ 'ਚ ਮੈਂ ਸਾਰਾ ਕੁਛ ਦੱਸਾਂਗਾ। ਬਿਲਕੁਲ ਜੀ, ਮੈਂ ਚਾਹੁੰਦਾ ਨਹੀਂ ਕਿ ਮੈਂ ਤੁਹਾਡੇ ਉਸ, ਕਿਉਂਕਿ ਸੰਘਰਸ਼ ਨੂੰ ਜਿਹਨੂੰ ਤੁਸੀਂ ਜੀਵਿਆ,
ਔਰ ਅੱਜ ਤੱਕ ਉਹ ਤੁਹਾਡੇ ਸਰੀਰ ਦੇ ਉੱਪਰੋਂ ਉਸ ਸੰਘਰਸ਼ ਦੇ ਦਾਗ ਜਿਹੜੇ ਨੇ ਮੁੱਕਦੇ ਨਹੀਂ ਪਏ। ਦਵਾਈਆਂ ਤੇ ਚੱਲਦੇ ਆ, ਬੱਚੇ ਪਾਲਣੇ ਵੀ ਔਖੇ ਹੋ ਜਾਂਦੇ ਆ। ਔਰ ਜਿਵੇਂ ਤੁਸੀਂ ਦੱਸਿਆ ਵੀ ਨੁਕਸਾਨ ਮੇਰਾ ਨਹੀਂ ਹੋਇਆ, ਜਿਹੜੇ ਮੇਰੇ ਨਾਲ ਜੁੜੇ ਹੋਏ ਸਨ ਉਹਨਾਂ ਦਾ ਵੀ ਨੁਕਸਾਨ ਹੋਇਆ। ਸੋ ਮੈਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਕਿਤੇ ਲੰਬੇ ਸਮੇਂ ਦੇ ਵਿੱਚ ਕਰਾਂਗਾ ਔਰ ਚਾਹਾਂਗਾ ਵੀ ਇਸੇ ਉਸ ਸਮੇਂ ਦੇ ਤਸ਼ੱਦਦ ਦੇ ਉੱਪਰ ਇੱਕ ਲੰਬੀ ਸੀਰੀਜ਼ ਚੱਲੇ ਤੇ ਜਿਹੜੇ ਜਿਨ੍ਹਾਂ ਨੇ ਉਸ ਸੰਘਰਸ਼ ਨੂੰ ਵੇਖਿਆ ਉਹ ਸਾਨੂੰ ਉਹ ਸਾਰੀਆਂ ਚੀਜ਼ਾਂ ਦੱਸਣ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸਾਡੀ ਨਿੱਕੀ ਜਿਹੀ ਬੇਨਤੀ ਨੂੰ ਪ੍ਰਮਾਣ ਕਰਦੇ ਹੋਏ ਸਾਡੇ ਸਟੂਡੀਓ ਵਿੱਚ ਆਪਣੇ ਹੋ। ਹਾਂ, ਮੈਂ ਵੀ ਅਕਾਲ ਚੈਨਲ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨੇ ਇੱਕ ਨਾਚੀਜ਼ ਜਿਹੇ ਬੰਦੇ ਨੂੰ ਕੈਮਰੇ ਅੱਗੇ ਬਿਠਾ ਕੇ ਕੁਛ ਆਪਣੇ ਨਾਲ ਬੀਤੀਆਂ ਦਾ ਤੇ ਆਪਣੇ ਨਾਲ ਸਾਥੀਆਂ ਨਾਲ ਬੀਤੀਆਂ ਦਾ ਦੱਸਣ ਦਾ ਸਮਾਂ ਦਿੱਤਾ ਹੈ। ਬਹੁਤ ਬਹੁਤ ਵੀ ਜੀ ਮਿਹਰਬਾਨੀਆਂ ਤੁਹਾਡੀਆਂ। ਸੋ ਦਰਸ਼ਕੋ, ਇਹ ਸਨ ਵੀਰ ਦਲਜੀਤ ਸਿੰਘ ਦੁੱਲੇਵਾਲਾ। ਅੱਜ ਸਿਰਫ ਇਹਨਾਂ ਨੇ ਕਿਹਾ ਸੀ ਕਿ ਮੈਂ ਉਸ ਸਮੇਂ ਟੌਰਚਰ ਕਿਵੇਂ ਹੁੰਦਾ ਸਿਰਫ ਉਸ ਮੁੱਦੇ ਤੇ ਬਿਆਨਾਂਗਾ। ਤੁਸੀਂ ਜ਼ੁਬਾਨ ਦੀ ਉਹ ਰਵਾਨਗੀ ਮਹਿਸੂਸ ਕਰਦੇ ਹੋਵੋਗੇ। ਜ਼ੁਬਾਨ ਦੇ ਵਿੱਚ ਉਹ ਰਵਾਨਗੀ ਨਹੀਂ ਰਹਿ ਗਈ। ਜਦੋਂ ਜੀਭ ਨੂੰ ਖਿੱਚ ਕੇ ਤੇ ਕਰੰਟ ਲਾਇਆ ਜਾਂਦਾ ਨਾ ਤੇ ਹਾਲਾਤ ਕੈਸੇ ਹੋਣਗੇ ਆਪਾਂ ਮਹਿਸੂਸ ਕਰ ਸਕਦੇ ਹਾਂ। ਜਦੋਂ ਕੰਨਾਂ ਦੇ ਉੱਪਰ ਚਿਟਕਣੀਆਂ ਲਾ ਕੇ ਤੇ ਹੱਥ ਪੈਰ ਬੰਨੇ ਹੁੰਦੇ ਨੇ, ਕਰੰਟ ਲਾਇਆ ਜਾਂਦਾ ਹੈ, ਆਪਾਂ ਮਹਿਸੂਸ ਕਰ ਸਕਦੇ ਹਾਂ। ਜਦੋਂ ਇਨਸਾਨ ਦੇ ਗੁਪਤ ਅੰਗਾਂ ਦੇ ਉੱਪਰ ਕਰੰਟ ਲਾਇਆ ਜਾ ਸਕਦਾ ਹੈ, ਮਹਿਸੂਸ ਕਰ ਸਕਦੇ ਵੀ ਝਟਕੇ ਕਿਸ ਕਿਸਮ ਦੇ ਹੋਣਗੇ। ਜੇ ਸੱਚ ਪੁੱਛੋ ਤਾਂ ਮੈਂ ਇਹ ਗੱਲ ਆਖਣ ਤੋਂ ਗੁਰੇਜ਼ ਨਹੀਂ ਕਰਾਂਗਾ, ਇਨਸਾਨ ਨੂੰ ਉਹਦੇ ਗ੍ਰਸਥੀ ਜੀਵਨ ਨੂੰ ਜਿਉਣ ਤੋਂ ਖਤਮ ਕਰ ਦਿੱਤਾ ਜਾਂਦਾ, ਐਸੇ ਹਾਲਾਤਾਂ ਵਿੱਚੋਂ ਵੀ ਕੱਢ ਦਿੰਦੇ ਨੇ। ਖੈਰ, ਅੱਜ ਵੀਰ ਜੀ ਕਹਿੰਦੇ ਕਿ ਮੈਂ ਟੌਰਚਰ ਦੀ ਗੱਲ ਕਰਾਂਗਾ। ਆਉਣ ਵਾਲੇ ਸਮੇਂ ਦੇ ਉੱਪਰ ਇੱਕ ਸੀਰੀਜ਼ ਦੇ ਰੂਪ ਦੇ ਵਿੱਚ ਸਭ ਕੁਝ ਬਿਆਨਾਂਗਾ। ਇੰਤਜ਼ਾਰ ਕਰਦੇ ਰਿਹਾ ਜੇ, ਦੇਖਦੇ ਰਿਹਾ ਜੇ। ਕਿਤੇ ਨਾ ਕਿਤੇ ਅੱਜ ਇਸ ਐਪੀਸੋਡ ਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਬੜਾ ਦਬਾ ਕੇ ਬੈਠਾ ਵਾਂ, ਗਲਾ ਭਰਿਆ। ਲੱਗ ਰਿਹਾ ਕਿ ਜੇ ਇਸ ਤੋਂ ਵੱਧ ਸਵਾਲ ਕੀਤੇ ਤੇ ਸ਼ਾਇਦ ਮੇਰੇ ਅੰਦਰੋਂ ਵੀ ਉਹ ਜਜ਼ਬਾਤ ਬਾਹਰ ਨਾ ਆ ਜਾਣ। ਸੋ ਭੁੱਲ ਚੁੱਕ ਦੀ ਮਾਫੀ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।